ਸਤਨਾਮ ਵਾਹਿਗੁਰੂ ਸਾਹਿਬ ਜੀ। ਫਿਰਤ ਫਿਰਤ ਪ੍ਰਭ ਆਇਆ, ਪਰਿਆ ਤੋ ਸਰਨਾਏ। ਨਾਨਕ ਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਏ। ਗਗਨ ਦਮਾਮਾ ਬਾਜਿਓ, ਪਰਿਓ ਨਿਸ਼ਾਨੈ ਕਾਓ। ਖੇਤ ਜੋ ਮਾਂਡਿਓ ਸੂਰਮਾ, ਅਬ ਜੂਝਨ ਕੋ ਦਾਓ। ਸੂਰਾ ਸੋ ਪਹਿਚਾਨੀਐ, ਜੋ ਲਰੈ ਦੀਨ ਕੇ ਹੇਤ। ਪੁਰਜਾ ਪੁਰਜਾ ਕਟ ਮਰੈ, ਕਬਹੂ ਨ ਛਾਡੈ ਖੇਤ। ਜੋ ਸੂਰਾ ਤਿਸ ਹੀ ਹੋਏ ਮਰਣਾ, ਜੋ ਭਾਗੈ ਤਿਸ ਜੋਨੀ ਫਿਰਣਾ। ਜਿਨ ਕੇ ਚੋਲੇ ਰਤੜੇ ਪਿਆਰੇ, ਕੰਤ ਤਿਨਾ ਕੈ ਪਾਸ। ਤੋੜ ਤਿਨਾ ਕੀ ਜੇ ਮਿਲੈ ਜੀ, ਕਹੋ ਨਾਨਕ ਕੀ ਅਰਦਾਸ। ਬੇਸੁਮਾਰ ਅਥਾਹ ਅਗਨਤ ਤੋਲੈ, ਜੋ ਬੁਲਾਵਹੁ ਤਿਉ ਨਾਨਕ ਦਾਸ ਬੋਲੇ। ਧੰਨ ਧੰਨ ਸਤਿਗੁਰੂ ਗੁਰੂ ਗਰੀਬ ਨਿਵਾਜ, ਕਿਰਪਾ ਨਿਧ ਦਇਆ ਨਿਧ ਕਰੁਣਾ ਨਿਧ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਨ ਦਇਆਲ ਪਾਤਸ਼ਾਹ, ਜਿਨ੍ਹਾਂ ਦੀ ਅਪਾਰ ਮਿਹਰਮਤ ਹੈ, ਅਥਾਹ ਬਖਸ਼ਿਸ਼ ਹੈ। ਜੋ ਆਪ ਸਭ ਗੁਰਸਿੱਖ ਸਤਸੰਗੀ ਜਨ ਪਾਤਸ਼ਾਹ ਜੀ ਦੀ ਪਵਿੱਤਰ ਹਜ਼ੂਰੀ ਦੇ ਅੰਦਰ ਬੜੇ ਅਦਬ ਪ੍ਰੀਤ ਭਾਵਨਾ ਜਗਿਆਸਾ ਦੇ ਨਾਲ ਸਤਸੰਗਤ ਰੂਪ ਵਿੱਚ ਜੁੜ ਬੈਠ ਕੇ ਸਤਿਗੁਰੂ ਕੀ ਰਹਿਮਤ ਨੂੰ ਮਾਨਣ ਦਾ ਸ਼ੁਭ ਨਿਰਮਲ ਯਤਨ ਕਰ ਰਹੇ ਹੋ ਜੀ, ਬੜੇ ਹੀ ਸੁਭਾਗਸ਼ਾਲੀ ਹੋ। ਬਾਦਸ਼ਾਹ ਦਰਵੇਸ਼ ਸ਼ਾਹੇ ਸ਼ਹਿਨਸ਼ਾਹ, ਜੁਮਲਾ ਫੈਜ਼ੇ ਨੂਰ, ਹੱਕ ਹੱਕ ਆਗਾਹ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਜਿਨ੍ਹਾਂ ਨੇ ਖਾਲਸਾ ਪੰਥ ਦੇ ਨਿਆਰੇਪਣ ਨੂੰ ਜ਼ੁਲਮ ਮੇਟਣ ਦੇ ਲਈ, ਸੰਤ ਉਭਾਰਨ ਦੇ ਲਈ ਤੇ ਇਸ ਭਾਰਤ ਦੀ ਸਰਜ਼ਮੀਨ ਤੋਂ ਉਹ ਕੂੜਿਆਰੀ ਸੱਤਾ ਜਿਹੜੀ ਦੂਜਿਆਂ ਮਜ਼ਹਬਾਂ ਵਰਣਾਂ ਦੇ ਲਈ ਅਤਿਆਚਾਰ ਦਾ ਭਿਅੰਕਰ ਰੂਪ ਧਾਰਨ ਕਰ ਚੁੱਕੀ, ਉਸ ਸਮੇਂ ਦੇ ਵਿੱਚ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਖੁਦ ਸ਼ਮਸ਼ੀਰ ਨੂੰ ਹੱਥ ਪਾਇਆ ਤੇ ਖਾਲਸੇ ਨੂੰ ਅੰਮ੍ਰਿਤ ਕੀ ਪੌਲ ਦੇ ਕੇ ਉਹ ਸ਼ਮਸ਼ੀਰ ਪਕੜਾਈ, ਜਿਹੜੀ ਸ਼ਮਸ਼ੀਰ ਨੇ ਭਾਰਤ ਦੀ ਸਰਜ਼ਮੀਨ ਤੇ ਬਣੇ ਹੋਏ ਅਤਿਆਚਾਰ ਦਾ, ਜ਼ੁਲਮੀ ਰਾਜ ਦਾ ਅੰਧਕਾਰ ਸਦਾ ਲਈ ਖਤਮ ਕਰ ਦਿੱਤਾ ਤੇ ਖਾਲਸਾਈ ਪਰਚਮ ਲਹਿਰਾਇਆ।
ਇੰਜ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਧਰਮ ਯੁੱਧ ਦੀ ਜਿਹੜੀ ਮਹਾਂ ਗਾਥਾ ਹੈ, ਕੱਲ ਤੋਂ 4 ਪੋਹ ਵਾਲੇ ਦਿਨ ਤੋਂ ਆਪ ਜੀ ਸ਼ਰਵਣ ਕਰ ਰਹੇ ਹੋ। ਗੁਰੂ ਸਾਹਿਬ ਜੀ ਦੇ ਜੀਵਨ ਦਾ ਇੱਕ ਅਕੀਦਾ ਹੈ ਜਿਹੜਾ ਅਸੀਂ ਉਹਨਾਂ ਦੀ ਬਾਣੀ 'ਚ ਪੜ੍ਹਦੇ ਹਾਂ, ਬੜਾ ਅਟਲ ਸਿਧਾਂਤ ਹੈ। ਜਬ ਆਵ ਕੀ ਔਦ ਨਿਧਾਨ ਬਨੈ ਅਤ ਹੀ ਰਣ ਮੈਂ ਤਬ ਜੋਜ ਮਰੋ। ਦਸਮ ਪਾਤਸ਼ਾਹ ਨੇ ਉਸ ਖਾਲਸੇ ਦੀ ਸਿਰਜਣਾ ਕੀਤੀ ਜਿਹੜਾ ਜੰਗ ਨੂੰ ਵੇਖ ਕੇ ਚਾਉ ਚੜ੍ਹਦਾ ਹੈ। ਗੁਰੂ ਸਾਹਿਬ ਜੀ ਨੇ ਸਿੱਖਾਂ ਦੇ ਅੰਦਰ ਉਹ ਜਜ਼ਬਾ, ਉਹ ਸਿਦਕ ਭਰਿਆ, ਜਿਹੜੇ ਸਿਦਕ ਦੇ ਸਾਹਮਣੇ ਲੱਖਾਂ ਜ਼ੁਲਮ ਕਮਾਉਣ ਵਾਲੇ ਵੀ ਹਾਰ ਜਾਂਦੇ ਹਨ, ਜਿਹੜੇ ਜਜ਼ਬੇ ਦੇ ਸਾਹਮਣੇ ਵੱਡੇ ਵੱਡੇ ਲਸ਼ਕਰਾਂ ਦੇ ਵੀ ਹੌਸਲੇ ਟੁੱਟ ਜਾਂਦੇ ਹਨ। ਐਸੇ ਖਾਲਸੇ ਦੀ ਪਾਤਸ਼ਾਹ ਜੀ ਨੇ ਸਿਰਜਣਾ ਕੀਤੀ। ਤੇ ਅੱਜ ਦੇ ਦਿਨ ਜੋ ਆਨੰਦਪੁਰ ਸਾਹਿਬ ਦੇ ਹਾਲਾਤ 1704 ਈਸਵੀ ਦੇ ਵਿੱਚ ਬਣ ਗਏ ਸਨ, ਇਹ ਉਹੀ ਹਾਲਾਤ ਹਨ ਕਿ ਹੁਣ ਕੇਵਲ ਤੁਹਾਡੇ ਕੋਲੋਂ ਇੱਕ ਚੋਣ ਹੈ ਕਿ ਲੱਖਾਂ ਦਾ ਲਸ਼ਕਰ ਸਾਹਮਣੇ ਹੈ, ਸਿੰਘਾਂ ਦੀ ਗਿਣਤੀ ਹਜ਼ਾਰਾਂ ਤੋਂ ਵੀ ਘੱਟ ਹੈ, ਲੱਖਾਂ ਦਾ ਕੀ ਹੋਣੀ, ਹਜ਼ਾਰਾਂ ਤੋਂ ਵੀ ਘੱਟ ਹੈ। ਤੇ ਜਿਹੜਾ ਪਾਤਸ਼ਾਹ ਜੀ ਨੇ ਖੰਡੇ ਦੀ ਪਹੁਲ ਦੇਣ ਸਮੇਂ ਅੰਮ੍ਰਿਤ ਦੀ ਸ਼ਕਤੀ ਦਾ ਪ੍ਰਗਟਾਵਾ ਇਸ ਰੂਪ ਵਿੱਚ ਕੀਤਾ ਸੀ, 1.25 ਲੱਖ ਸੇ ਏਕ ਲੜਾਊਂ ਤਬੈ ਗੋਬਿੰਦ ਸਿੰਘ ਨਾਮ ਕਹਾਊਂ। ਉਹ ਅੰਮ੍ਰਿਤ ਦੀ ਸ਼ਕਤੀ ਸੰਸਾਰ ਨੇ ਪਹਿਲਾਂ ਕਈ ਦਫਾ ਦੇਖ ਲਈ ਹੈ, ਪਰ ਹੁਣ ਦਸਮ ਪਾਤਸ਼ਾਹ ਨੇ ਉਹ ਜੰਗੇ ਮੈਦਾਨ ਵੀ ਰਚ ਦਿੱਤਾ ਹੈ ਕਿ ਜਿਸ ਜੰਗੇ ਮੈਦਾਨ ਦੇ ਵਿੱਚ ਅੰਮ੍ਰਿਤ ਕੀ ਪਹੁਲ ਨੂੰ ਲੈਣ ਵਾਲਾ ਕਕਾਰਧਾਰੀ ਸ਼ਸਤਰਧਾਰੀ ਖਾਲਸਾ ਆਪਣੀ ਖੜਗ ਦੇ ਨਾਲ ਜੂਝਦਾ ਹੋਇਆ ਉਸ ਸ਼ਕਤੀ ਦਾ ਮਹਾਂ ਜਲੌ ਸੰਸਾਰ ਵਿੱਚ ਪ੍ਰਗਟ ਕਰੇਗਾ ਕਿ ਕਿਵੇਂ ਇੱਕ ਸਿੰਘ 1.25 ਲੱਖ ਦੇ ਉੱਪਰ ਭਾਰੂ ਹੁੰਦਾ ਹੈ। ਸੋ ਆਪ ਜੀ ਇਸ ਲੜੀਵਾਰ ਬ੍ਰਿਤਾਂਤ ਦੇ ਅੰਤਰਗਤ ਆਨੰਦਪੁਰ ਸਾਹਿਬ ਦੀਆਂ 3 ਲੜਾਈਆਂ ਤੱਕ ਦਾ ਜ਼ਿਕਰ ਆਪ ਜੀ ਨੇ ਸੁਣਿਆ ਸੀ। ਹੁਣ ਆਨੰਦਪੁਰ ਸਾਹਿਬ ਦੀ ਚੌਥੀ ਤੇ 5ਵੀਂ ਲੜਾਈ ਇੱਥੋਂ ਆਰੰਭ ਕਰਕੇ ਆਨੰਦਪੁਰ ਸਾਹਿਬ ਦਾ ਨਗਰ ਕਿਲ੍ਹਾ ਛੱਡਣ ਦੇ ਜਿਹੜਾ ਬ੍ਰਿਤਾਂਤ ਹੈ ਉਹ ਸਾਰਾ ਆਪ ਜੀ ਦੇ ਸਨਮੁਖ ਅਰਜ ਕਰਨ ਦਾ ਯਤਨ ਰਹੇਗਾ। ਗੁਰੂ ਕਿਰਪਾ ਕਰੇ। ਵਿਚਾਰ ਇਤਿਹਾਸ ਦੀ ਆਰੰਭ ਕਰਨ ਤੋਂ ਪਹਿਲਾਂ ਬੜੇ ਅਦਬ ਸਹਿਤ ਗੁਰਫਤਿਹ ਅਰਜ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਦ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਪਹਿਲੀਆਂ ਹੋਈਆਂ ਜੰਗਾਂ ਦੇ ਵਿੱਚ ਪਹਾੜੀਆਂ ਦੇ ਮੂੰਹ ਮੋੜ ਦਿੱਤੇ, ਬਲੀਆ ਚੰਦ, ਆਲਮ ਚੰਦ ਵਰਗੇ ਜੰਮਪੁਰੀ ਪਹੁੰਚਾ ਦਿੱਤੇ, ਪੈਂਡੇ ਖਾਂ ਵਰਗੇ ਆਪਣੇ ਤੀਰ ਨਾਲ ਵਿੰਨ ਦਿੱਤੇ। ਜਦੋਂ ਇੰਨੇ ਯੁੱਧਾਂ ਦੇ ਵਿੱਚ ਇਹਨਾਂ ਪਹਾੜੀਆਂ ਦੀ ਹਾਰ ਹੋ ਗਈ, ਜਮਤੁੱਲੇ ਵਰਗੇ, ਕੇਸਰੀ ਚੰਦ ਵਰਗੇ ਮਾਰੇ ਗਏ, ਫਿਰ ਇਹਨਾਂ ਪਹਾੜੀਆਂ ਦੇ ਮਨ ਇੰਨੇ ਬੈਠ ਗਏ ਕਿ ਇਹਨਾਂ ਵਿੱਚ ਹੁਣ ਯੁੱਧ ਲੜਨ ਦੀ ਹਿੰਮਤ ਨਾ ਰਹੀ। ਕਵੀ ਭਾਈ ਸੰਤੋਖ ਸਿੰਘ ਜੀ ਨੇ ਸ੍ਰੀ ਗੁਰਪ੍ਰਤਾਪ ਸੂਰਜ 'ਚ ਗ੍ਰੰਥ ਲਿਖਿਆ ਕਿ ਜਦੋਂ ਇਹ ਤੀਜੀ ਲੜਾਈ ਲੜ ਕੇ ਹਾਰ ਗਏ ਨਾ, ਜਿਹਦੇ ਵਿੱਚ ਸਾਰੇ 22 ਧਾਰ ਦੇ ਰਾਜੇ ਇਕੱਠੇ ਲੜੇ ਸਨ, 20 ਦਿਨ ਯੁੱਧ ਕੀਤਾ ਤੇ 2 ਲੱਖ ਤੋਂ ਵੱਧ ਸੈਨਾ ਮਰਵਾਈ। ਜਦੋਂ ਇਸ ਯੁੱਧ ਦੇ ਵਿੱਚ ਇਹ ਹਾਰ ਗਏ ਤੇ ਫਿਰ ਇਹ ਆਪਣੇ ਘਰਾਂ ਅੰਦਰ ਬੈਠੇ ਹੋਏ, ਕੋਈ 1-2 ਸਾਲਾਂ ਤੱਕ ਦਬਕੇ ਰਹੇ, ਫਿਰ ਇਹਨਾਂ ਦੀ ਹਿੰਮਤ ਨਾ ਪਈ। ਪਰ ਕਵੀ ਸੰਤੋਖ ਸਿੰਘ ਜੀ ਕਹਿੰਦੇ ਕਿ ਹਿੰਮਤ ਤਾਂ ਨਹੀਂ ਪਈ ਕਿ ਹੁਣ ਜਦੋਂ 2 ਲੱਖ ਪਹਾੜੀਆਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਨਾਲ ਯੁੱਧ ਕਰਦਾ ਮਾਰਿਆ ਗਿਆ ਤੇ ਕਿੰਨੇ ਘਰ ਸੁੰਨੇ ਹੋਏ ਹੋਣ। ਇੱਥੋਂ ਤੱਕ ਕਿ ਪਹਾੜੀਆਂ ਦੇ ਵਿੱਚ ਲੋਕ ਭੀਮ ਚੰਦ ਨੂੰ ਸਰਾਪ ਸਮਝਣ ਲੱਗ ਪਏ ਸਨ ਕਿ ਇਹ ਕਿਹੋ ਜਿਹਾ ਪਹਾੜੀਆਂ ਵਿੱਚ ਪੈਦਾ ਹੋਇਆ ਕਿ ਪਹਾੜੀਆਂ ਦੇ ਘਰ ਹੀ ਖਾਲੀ ਹੋ ਜਾ ਰਹੇ ਨੇ, ਜਿੱਤ ਇਹਨਾਂ ਨੂੰ ਕੋਈ ਨਸੀਬ ਹੁੰਦੀ ਨਹੀਂ। ਹਰ ਵਾਰੀ ਆਪਣੇ ਦੀਨ ਮਾਨ ਨੂੰ ਛਿੱਕੇ ਟੰਗ ਕੇ ਕਾਇਰ ਹੋ ਕੇ ਯੁੱਧ ਲੜਦੇ ਹਨ। ਖਬਰਾਂ ਦਿੱਲੀ ਦਰਬਾਰ ਤੱਕ ਪੁੱਜਦੀਆਂ ਰਹੀਆਂ। ਆਖਰ ਇਹਨਾਂ ਪਹਾੜੀਆਂ ਨੇ ਫਿਰ ਇੱਕ ਵਾਰੀ ਇਕੱਠੇ ਹੋ ਕੇ ਪੱਤਰ ਲਿਖਿਆ ਤੇ ਉਸ ਪੱਤਰ ਦੇ ਵਿੱਚ ਇਹਨਾਂ ਨੇ ਔਰੰਗਜ਼ੇਬ ਨੂੰ ਵੱਡੇ ਸ਼ਾਹੀ ਨਜ਼ਰਾਨੇ ਵੀ ਭੇਜੇ ਤੇ ਨਾਲ ਇਹਨਾਂ ਸਾਰਿਆਂ ਨੇ ਪੱਤਰ ਲਿਖ ਕੇ ਕਿਹਾ ਕਿ ਔਰੰਗਜ਼ੇਬ ਜਿੱਡੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਸੈਨਿਕ ਤਾਕਤ ਹੈ ਨਾ, ਜਿੱਡਾ ਵੱਡਾ ਮਹਾਬਲੀ ਅਸੀਂ ਉਹਨੂੰ ਵੇਖਿਆ ਤੇ ਜਿੱਡਾ ਵੱਡਾ ਉਹਨੇ ਜੰਗ ਦੇ ਮੈਦਾਨ ਵਿੱਚ ਆ ਕੇ ਆਪਣੇ ਮਹਾਰਥੀ ਹੋਣ ਦਾ ਸਬੂਤ ਦਿੱਤਾ, ਉਹਦੇ ਸਾਹਮਣੇ ਹੁਣ ਤੇਰੇ ਵੱਡੇ ਲਸ਼ਕਰ ਆਉਣਗੇ ਤੇ ਤਾਂ ਕੋਈ ਗੱਲ ਬਣੇਗੀ, ਨਹੀਂ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੂੰ ਜਿੱਤਣਾ ਜਾਂ ਉਹਦੇ ਨਗਰ ਵਿੱਚ ਵੜਨਾ ਕਿਸੇ ਦੇ ਵਿੱਚ ਇੰਨੀ ਸਮਰੱਥਾ ਨਹੀਂ। ਔਰੰਗਜ਼ੇਬ ਨੇ ਜਦੋਂ ਇਹਨਾਂ ਦਾ ਪੱਤਰ ਪੜ੍ਹਿਆ ਤੇ ਔਰੰਗਜ਼ੇਬ ਕੁਦਰਤੀ ਦੱਖਣ ਵੱਲ ਉਲਝਿਆ ਹੋਇਆ ਸੀ।
ਮਰਾਠਿਆਂ ਮਰਾਠਿਆਂ ਦੇ ਨਾਲ ਉਹਦੀ ਲੜਾਈ ਚੱਲ ਰਹੀ ਸੀ, ਉੱਤੋਂ ਕਾਲ ਪੈ ਗਿਆ ਸੀ, ਬੁਰੇ ਹਾਲ ਸਨ। ਉਸ ਸਮੇਂ ਦੇ ਵਿੱਚ ਜਦੋਂ ਔਰੰਗਜ਼ੇਬ ਨੇ ਪੱਤਰ ਪੜ੍ਹਿਆ, ਤੇ ਪਹਿਲਾਂ ਵੀ ਉਹ ਕਈ ਵਾਰੀ ਫੌਜ ਭੇਜ ਚੁੱਕਾ, ਵਜ਼ੀਰ ਖਾਂ ਦੇ ਰੂਪ ਵਿੱਚ, ਦੀਨਾ ਬੇਗ ਤੇ ਪੈਂਡੇ ਖਾਂ ਦੇ ਰੂਪ ਵਿੱਚ। ਪਰ ਇਸ ਵਾਰੀ ਪੱਤਰ ਪੜ੍ਹ ਕੇ ਉਹਨੂੰ ਹੈਰਾਨੀ ਹੋਈ ਤੇ ਉਹਨੂੰ ਇਹ ਡਰ ਪਾ ਦਿੱਤਾ ਕਿ ਤੂੰ ਦੱਖਣ ਵਿੱਚ ਉਲਝ ਗਿਆ ਹੈ, ਤੇ ਜੇ ਗੁਰੂ ਸਾਹਿਬ ਜੀ ਨੂੰ ਤੂੰ ਇਹਦੀਆਂ ਬਗਾਵਤ ਨੂੰ, ਇਹਨਾਂ ਦੇ ਯੁੱਧਾਂ ਦੇ ਸੰਗਰਾਮ ਨੂੰ ਨਾ ਰੋਕਿਆ, ਤੇ ਇਹ ਥੋੜੇ ਮਹੀਨਿਆਂ ਅੰਦਰ ਆ ਕੇ ਦਿੱਲੀ ਮੱਲ ਲੈਣਗੇ ਤੇ ਫਿਰ ਸਦਾ ਲਈ ਤੈਨੂੰ ਤਖਤ ਤੋਂ ਵਾਂਝਾ ਕਰ ਦੇਣਗੇ। ਹੁਣ ਔਰੰਗਜ਼ੇਬ ਵਰਗੇ ਬੰਦੇ ਲਈ, ਬਾਦਸ਼ਾਹ ਲਈ ਇਹ ਗੱਲ ਬੜੀ ਹੀ ਗੰਭੀਰ ਸੀ, ਕਿਉਂਕਿ ਜਿੰਨੇ 2 ਭਰਾ ਮਾਰ ਕੇ ਪਿਤਾ ਨੂੰ ਕੈਦ 'ਚ ਪਾ ਕੇ, ਲੱਖਾਂ ਸੈਨਾ ਨੂੰ ਮਾਰ ਕੇ ਰਾਜ ਤਖਤ ਹਥਿਆਇਆ ਹੋਵੇ, ਸਭ ਤੋਂ ਛੋਟਾ ਹੋਣ ਦੇ ਬਾਵਜੂਦ ਵੀ ਉਹਨੂੰ ਜਦੋਂ ਤਖਤ ਦਾ ਇਹ ਪਵੇ ਫਿਕਰ ਵੀ ਹੁਣ ਤੇਰਾ ਆ ਕੇ ਤਖਤ ਮੱਲ ਲੈਣਗੇ, ਤਾਂ ਉਹਨੂੰ ਕੰਨ ਹੋ ਗਏ। ਉਹਨੇ ਤਾਂ ਅਗਲੇ ਦਿਨ ਆਪਣੇ ਸਾਰੇ ਵੱਡੇ ਉਮਰਾਵਾਂ ਦੀ, ਜਰਨੈਲਾਂ ਦੀ ਇੱਕ ਵੱਡੀ ਸਭਾ ਬੁਲਾਈ ਕਿ ਸਵੇਰੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਮੁਹਿੰਮ ਬਾਰੇ ਇੱਕ ਵੱਡਾ ਫੈਸਲਾ ਹੋਣਾ। ਉਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ, ਜਿਨ੍ਹਾਂ ਤੋਂ 22 ਧਰ ਦੇ ਪਹਾੜੀ ਰਾਜੇ ਥਰ ਥਰ ਕੰਬਦੇ ਨੇ, ਉਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜਿਨ੍ਹਾਂ ਨੇ ਮਰ ਚੁੱਕੇ ਲੋਕਾਂ ਅੰਦਰ ਇਹੋ ਜਿਹੀ ਰੂਹ ਫੂਕੀ ਹੈ ਕਿ ਹੁਣ ਉਹ 1.25 ਲੱਖ ਤੇ ਭਾਰੂ ਹੋ ਰਹੇ ਨੇ। ਸਭਾ ਲੱਗੀ ਔਰੰਗਜ਼ੇਬ ਦੀ, ਇਹ ਜ਼ਿਕਰ ਹੈਗਾ ਹੈ ਮਾਰਚ 1704 ਦਾ। 4 ਮਾਰਚ 1704 ਨੂੰ ਸਭਾ ਲੱਗੀ ਔਰੰਗਜ਼ੇਬ ਦੀ। ਉਹਨੇ ਸਾਰੇ ਆਪਣੇ ਵੱਡੇ ਵੱਡੇ ਵਜ਼ੀਰ ਜਰਨੈਲ ਬੁਲਾਏ। ਲੱਗੀ ਹੋਈ ਸਭਾ ਦੇ ਵਿੱਚ ਆਲੇ ਦੁਆਲੇ ਵਜ਼ੀਰ ਦਰਬਾਰੀ ਬੜੇ ਲੋਕ ਖੜੇ ਹਨ। ਵਿਚਕਾਰ ਇੱਕ ਗੋਲ ਮੇਜ਼ ਰੱਖਿਆ ਗਿਆ, ਉੱਪਰ ਸੁੰਦਰ ਵਿਛਾਉਣਾ ਵਿਛਾ ਕੇ, ਇੱਕ ਪਾਸੇ ਪਾਨ ਦੇ ਬੀੜੇ ਰੱਖੇ ਗਏ, ਸੋਨੇ ਦੀ ਲਪਾਈ ਵਾਲੀ ਤਲਵਾਰ ਰੱਖੀ ਗਈ, ਹੀਰੇ ਦੀ ਜੜਤ ਵਾਲੀ ਕਟਾਰ ਤੇ ਖੰਜਰ ਰੱਖੇ ਗਏ, ਤੇ ਉਹਦੇ ਵਿੱਚ ਨਾਲ ਇੱਕ ਕਠੋਰ ਕਮਾਨ ਤੇ ਤੀਰ ਰੱਖੇ ਗਏ। ਇਹ ਸਾਰਾ ਜਿਹੜਾ ਸਮਾਂ ਸੱਜਿਆ ਸੀ, ਔਰੰਗਜ਼ੇਬ ਸੋਚੀ ਪਿਆ, ਸਾਰੇ ਉਮਰਾ ਵਜ਼ੀਰ ਵੀ ਆਏ। ਉਸ ਵਕਤ ਜਦੋਂ ਸਭਾ ਸ਼ੁਰੂ ਹੋਈ ਤੇ ਸਭਾਪਤੀ ਨੇ ਸਭਾ ਸ਼ੁਰੂ ਕੀਤੀ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜਿਹੜਾ ਆਨੰਦਪੁਰ ਸਾਹਿਬ ਦਾ ਵਾਸੀ ਹੈ, ਉਹਨੇ ਆਪਣੇ ਦੇਸ਼ ਵਿੱਚ ਇੱਕ ਐਡੀ ਵੱਡੀ ਬਗਾਵਤ ਖੜੀ ਕਰ ਦਿੱਤੀ ਹੈ ਕਿ ਪੈਂਡੇ ਖਾਂ ਵਰਗਿਆਂ ਦੀ ਜ਼ਿੰਦਗੀ ਦਾ ਫੈਸਲਾ ਉਹਨੇ ਇੱਕ ਤੀਰ ਨਾਲ ਕੀਤਾ। ਦੀਨਾ ਬੇਗ ਵਰਗੇ ਜਾਨਾ ਪੰਜਾਬ ਜਾ ਕੇ ਭੱਜੇ ਹਨ, ਵਜ਼ੀਰ ਖਾਂ ਵਰਗਿਆਂ ਨੇ ਉਹਦੇ ਸਾਹਮਣੇ ਹਾਰਾਂ ਖਾਧੀਆਂ ਨੇ। 22 ਧਾਰ ਦੇ ਪਹਾੜੀਏ ਰਾਜੇ ਜਿਹਦੇ ਸਾਹਮਣੇ ਸਿਫਰ ਹੋ ਕੇ ਰਹਿ ਗਏ ਹਨ, ਉਸ ਗੁਰੂ ਗੋਬਿੰਦ ਸਿੰਘ ਦੇ ਖਿਲਾਫ ਮੁਹਿੰਮ ਤੇ ਚੜ੍ਹ ਕੇ ਜਾਣਾ ਹੈ। ਤੇ ਜਿਹੜਾ ਵਜ਼ੀਰ, ਜਿਹੜਾ ਜਰਨੈਲ, ਜਿਹੜਾ ਉਮਰਾਵ ਸਮਝਦਾ ਕਿ ਮੇਰੀਆਂ ਬਾਹਾਂ 'ਚ ਇੰਨੀ ਤਾਕਤ ਹੈ, ਜਿਹੜਾ ਸਮਝਦਾ ਕਿ ਯੁੱਧ ਵਿਦਿਆ ਦਾ ਮੈਨੂੰ ਇੰਨਾ ਅਭਿਆਸ ਹੈ, ਜਿਹੜਾ ਸਮਝਦਾ ਕਿ ਮੈਂ ਆਪਣੇ ਲੱਖਾਂ ਦੇ ਦਲ ਨਾਲ ਆਨੰਦਪੁਰ ਸਾਹਿਬ ਦੇ ਵਿੱਚ ਹਰਲ ਹਰਲ ਕਰਦਾ ਵੜ ਜਾਵਾਂਗਾ, ਜਿਉਂਦਾ ਜਾਂ ਮੁਰਦਾ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਪਕੜ ਲਿਆਵਾਂਗਾ। ਔਰੰਗਜ਼ੇਬ ਦਾ ਸਭਾਪਤੀ ਕਹਿਣ ਲੱਗਾ ਉੱਠ ਕੇ ਪੇਸ਼ ਹੋਵੇ ਤੇ ਆਹ ਜਿਹੜੀਆਂ ਯੁੱਧ ਦੀਆਂ ਨਿਸ਼ਾਨੀਆਂ ਨੇ ਇਹਨਾਂ ਨੂੰ ਪ੍ਰਵਾਨ ਕਰਕੇ ਮੁਹਿੰਮ ਤੇ ਚੜ੍ਹੇ। ਸਭਾ ਦੇ ਅੰਦਰ ਜਦੋਂ ਹੀ ਸਭਾਪਤੀ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦਾ ਨਾਂ ਲਿਆ, ਉਸ ਮਰਦ ਗੰਮੜੇ ਦੀ ਸੂਰਬੀਰਤਾ ਦਾ ਪਰਚਮ ਤਾਂ ਪਹਿਲਾਂ ਹੀ ਪੂਰੇ ਭਾਰਤ ਵਿੱਚ ਗੂੰਜ ਰਿਹਾ ਹੈ। ਜਿਨ੍ਹਾਂ ਨੂੰ ਇਹ ਸੀ ਕਿ ਮਾੜੀ ਮੋਟੀ ਕੋਈ ਮੁਹਿੰਮ ਹੋਣੀ, ਚੜੇ ਜਾਵਾਂਗੇ, ਜਿੱਤ ਕੇ ਆਵਾਂਗੇ, ਵੱਡੇ ਇਨਾਮ ਪਾਵਾਂਗੇ, ਜਗੀਰਾਂ ਲਵਾਂਗੇ। ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦਾ ਨਾਮ ਸੁਣਿਆ, ਬੜਿਆਂ ਦੇ ਦਿਲ ਬੈਠ ਗਏ, ਬੁੱਲਾਂ ਤੇ ਸਿੱਕਰੀ ਜੰਮ ਗਈ। ਮਨ ਦੇ ਅੰਦਰੋਂ ਵੱਡੇ ਵੱਡੇ ਜਰਨੈਲਾਂ ਨੂੰ ਇਹ ਸੁੱਧ ਭੁੱਲ ਗਈ ਕਿ ਅਸੀਂ ਪਹਿਲਾਂ ਕਿੰਨੀਆਂ ਲੜਾਈਆਂ ਲੜ ਕੇ ਜਿੱਤੀਆਂ ਨੇ, ਕਿੰਨੇ ਕਿੰਨੇ ਵੱਡੇ ਯੁੱਧ ਜਿੱਤੇ ਨੇ, ਕਿਸੇ ਨੂੰ ਯਾਦ ਨਾ ਰਿਹਾ। ਬੜਾ ਚਿਰ ਸਭਾ 'ਚ ਚੁੱਪ ਛਾਈ ਰਹੀ ਤੇ ਔਰੰਗਜ਼ੇਬ, ਕਿਉਂਕਿ ਬੁੱਢਾ ਹੋ ਗਿਆ ਸੀ ਉਸ ਵਕਤ, 1704 ਦੇ ਵਿੱਚ ਤਾਂ ਬਹੁਤ ਬੁੱਢਾ ਹੋ ਗਿਆ ਸੀ, 1710 ਤਾਂ ਮਰ ਵੀ ਗਿਆ ਸੀ। ਛਟਪਟਾ ਉੱਠਿਆ ਤੇ ਆਪਣੇ ਸਿੰਘਾਸਣ ਤੇ ਮੁੱਕੀਆਂ ਮਾਰ ਕੇ ਕਹਿਣ ਲੱਗਾ ਕਿ ਮੇਰੀ ਸਭਾ ਇੱਕ ਨਪੁੰਸਕਾਂ ਦੀ ਸਭਾ ਹੈ। ਇਹ ਕਿੱਡਾ ਕੁ ਐਸਾ ਸੂਰਬੀਰ ਹੈ ਕਿ ਤੁਹਾਡੇ ਕਿਸੇ ਦੇ ਅੰਦਰ ਹਿੰਮਤ ਨਹੀਂ ਪੈਂਦੀ। ਮੈਂ ਸਭਾ ਦੇ ਅੰਦਰ ਕਹਿਣ ਲੱਗਾ ਜਰਨੈਲ ਭਰਤੀ ਕੀਤੇ ਨੇ ਕਿ ਕਾਇਰ ਭਰਤੀ ਕੀਤੇ ਨੇ। ਦੁਬਾਰਾ ਸਭਾਪਤੀ ਨੇ ਉਹ ਮੁਹਿੰਮ ਦਾ ਸਾਰਾ ਜ਼ਿਕਰ ਦੁਹਰਾਇਆ। ਫਿਰ ਉਹਦੇ ਵਿੱਚੋਂ ਇੱਕ ਇਹਦਾ ਜਰਨੈਲ ਉੱਠਿਆ, ਸੈਦੇ ਖਾਨ। ਉਹਨੂੰ ਸੈਯਦ ਖਾਨ ਵੀ ਕਹਿੰਦੇ ਨੇ, ਸਾਦਾ ਨਾਮ ਉਹਦਾ ਸੈਦੇ ਖਾਨ। ਸੈਦੇ ਖਾਨ ਨੇ ਜਾ ਕੇ ਕਿਹਾ, ਜਹਾਂ ਪਨਾਹ ਸਲਾਮਤ, ਸਲਾਮ ਕਰਦਾ, ਮੇਰੀ ਸਲਾਮ ਕਬੂਲ ਕਰੋ। ਕਹਿਣ ਲੱਗਾ ਸੈਦੇ ਖਾਨ,
कि और बादशाह औरंगजेब मैं सुनिया गुरु गोबिंद सिंह साहब जी का बड़ा जिक्र। मैं सुनिया वो धनुर्विद्या का बड़ा धारनी है, 2.5 को तो तीर मार के निशाना विन दिंदा, ਉਹਦੀ बंदूकबाजी बड़ी शिस्त वाली है। ਉਹਨੇ ਇਹੋ ਜਿਹਾ ਦਲ ਸਾਜਿਆ ਜਿਹੜਾ ਇੱਕ ਸਿੰਘ 40 ਤੇ 100 ਤੇ ਭਾਰੂ ਹੋ ਜਾਂਦਾ ਹੈ। ਪਰ ਮੈਨੂੰ ਵੀ ਬੜੀਆਂ ਮੁਹਿੰਮਾਂ ਜਿੱਤਣ ਦਾ ਮਾਣ ਹਾਸਲ ਹੈ। ਮੈਂ ਵੀ ਬੜੇ ਥਾਵਾਂ ਤੇ ਵੱਡੇ ਵੱਡੇ ਸੂਰਮਿਆਂ ਦੇ ਨਾਲ ਅੜਿਆ ਹਾਂ, ਭਿੜਿਆ ਹਾਂ, ਲੜੇ ਹਾਂ, ਮਾਰੇ ਹਾਂ। ਤੇ ਜੇ ਮੇਰੇ ਤੇ ਭਰੋਸਾ ਕਰੇ ਤੇ ਮੈਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਖਿਲਾਫ ਚੜ ਕੇ ਜਾਣਾ ਚਾਹਾਂਗਾ। ਸਭਾ ਦੇ ਵਿੱਚ ਤਾੜੀਆਂ ਵੱਜੀਆਂ। ਸੈਦੇ ਖਾਂ ਦੀ ਬਹਾਦਰੀ ਦੇ, ਉਹਦੀ ਜਿਹੜੀ ਉਹਨੇ ਜਜ਼ਬਾ ਵਿਖਾਇਆ, ਇਸ ਗੱਲ ਦੇ ਨਾਅਰੇ ਬੁਲੰਦ ਹੋਏ। ਸੈਦੇ ਖਾਂ ਨੇ ਪਾਨ ਦਾ ਬੀੜਾ ਚੁੱਕ ਕੇ ਚਬਾਇਆ, ਚੰਗੀ ਤਰ੍ਹਾਂ ਪਾਨ ਉਹਦੇ ਮੂੰਹ 'ਚ ਘੁਲਿਆ। ਫਿਰ ਉਹਨੇ ਸੋਨੇ ਦੀ ਲਪਾਈ ਵਾਲੀ ਫੌਲਾਦ ਦੀ ਤਲਵਾਰ ਕੱਢ ਕੇ ਵੇਖੀ, 2-4 ਵਾਰ ਘੁਮਾ ਕੇ ਤਲਵਾਰ ਦੀ ਧਾਰ ਨੂੰ ਪਰਖੇ, ਆਪਣੇ ਗਾਤਰੇ ਪਾ ਲਿਆ, ਕਮਰ ਕੱਸੇ, ਖੰਜਰ ਧਾਰਨ ਕਰ ਲਿਆ, ਤੀਰ ਕਮਾਨ ਲੈ ਕੇ। ਤੇ ਫਿਰ ਕਹਿਣ ਲੱਗਾ, ਔਰੰਗਜ਼ੇਬ ਨੂੰ ਕਹਿਣ ਲੱਗਾ, ਜੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਮੁਹਿੰਮ ਨੂੰ ਫਤਿਹ ਕਰਨਾ ਨਾ ਤਾਂ ਮੈਨੂੰ 1.25 ਲੱਖ ਸੈਨਾ ਦਿਓ। ਇਸ ਤੋਂ ਘੱਟ ਦੇ ਨਾਲ ਮੈਂ ਅਨੰਦਪੁਰ ਸਾਹਿਬ ਫਤਿਹ ਨਹੀਂ ਹੋਣਾ। ਅੰਦਾਜ਼ਾ ਲਗਾ ਲਓ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਸੈਨਿਕ ਸ਼ਕਤੀ ਜਿਹੜੀ ਕੁਝ ਹਜ਼ਾਰਾਂ ਸਿੰਘਾਂ ਤੱਕ ਸੀ, ਕਿੰਨੀ ਬਲਸ਼ਾਲੀ ਹੋਵੇਗੀ ਕਿ ਹਿੰਦੁਸਤਾਨ ਦੇ ਉਸ ਵਕਤ ਦੇ ਬਾਦਸ਼ਾਹ ਨੂੰ 1.25 ਲੱਖ ਸੈਨਾ ਭੇਜਣੀ ਪਈ। ਤੁਰੰਤ ਜਿਹੜੇ ਹਜ਼ਾਰਾਂ ਲੱਖ ਕੋੜਿਆਂ ਦੇ ਉੱਪਰ ਕਾਠੀਆਂ ਪਾਈਆਂ ਗਈਆਂ, ਹਾਥੀਆਂ ਦੇ ਉੱਪਰ ਹੌਦੇ ਕੱਸੇ ਗਏ, ਊਠਾਂ ਦੇ ਉੱਪਰ ਮਾਲ ਅਸਬਾਬ ਲੱਦ ਕੇ, ਵੱਡੇ ਵੱਡੇ ਗੱਡੇ ਰੱਥਾਂ ਦੇ ਵਿੱਚ ਸਾਰਾ ਜੰਗੀ ਸਮਾਨ ਲੱਦ ਕੇ। ਤੇ ਜ਼ਿਕਰ ਮਿਲਦਾ ਕਿ 300 ਨਗਾਰਾ ਵੱਜਦਾ ਸੀ ਉਸ ਵਕਤ ਸੈਦੇ ਖਾਂ ਦੇ ਦਲ ਵਿੱਚ। 1000 ਤੋਂ ਵੱਧ ਜਿਹੜਾ ਉਹਨਾਂ ਦੇ ਨਿਸ਼ਾਨ ਫਰਰੇ ਝੂਲਦੇ ਸਨ। 1000 ਹੀ ਰਣ ਸਿੰਘਾਂ ਤੇ ਭੇਰੀਆਂ ਵੱਜ ਰਹੀਆਂ ਸਨ। ਐਡਾ ਵੱਡਾ ਦਲ ਜਿਹਦੇ ਇੱਕ ਵਾਰੀ ਲੰਘਣ ਦੇ ਨਾਲ ਧੂੜ ਅਸਮਾਨੀ ਚੜ ਜਾਂਦੀ ਤੇ ਧੂੜ ਦੇ ਬੱਦਲ ਬਣ ਜਾਂਦੇ ਨੇ। ਐਡਾ ਵੱਡਾ ਦਲ ਲੈ ਕੇ ਹਰਲ ਹਰਲ ਕਰਦਾ ਹੋਇਆ ਸੰਘਣੇ ਬੱਦਲਾਂ ਵਾਂਗ, ਫਟਦੇ ਜਵਾਲਾਮੁਖੀ ਦੇ ਵਾਂਗ ਸੈਦੇ ਖਾਂ 1.25 ਲੱਖ ਦਾ ਦਲ ਲੈ ਕੇ ਅਨੰਦਪੁਰ ਸਾਹਿਬ ਵੱਲ ਚੜ੍ਹਾਈ ਕੀਤੀ ਦਿੱਲੀ ਤੋਂ। ਜਿਹੜੇ ਨਗਰਾਂ ਵਿੱਚੋਂ ਲੰਘਦੇ ਨੇ ਹੈਰਾਨ ਨੇ, ਥਾਂ ਥਾਂ ਤੇ ਪਤਾ ਚੱਲਦਾ ਜਾ ਰਿਹਾ ਕਿ ਅੱਜ ਫਿਰ ਇੱਕ ਅਨੰਦਪੁਰ ਸਾਹਿਬ ਦੇ ਵਿੱਚ ਫੈਸਲਾ ਕੁੰਨ ਲੜਾਈ ਹੋਣੀ ਹੈ ਤੇ ਸੈਦੇ ਖਾਨ ਚੜਿਆ। ਤੇ ਸੈਦੇ ਖਾਨ ਦਾ ਵੀ ਆਪਣਾ ਇੱਕ ਪਰਚਮ ਹੈ ਤੇ ਇੱਧਰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਵੀ ਆਪਣੀ ਇੱਕ ਲਾਸਾਨੀ ਸੂਰਬੀਰਤਾ ਹੈ। ਜਦੋਂ ਇਹ ਆਇਆ ਥਾਨੇਸਰ ਦੇ ਨੇੜੇ, ਨੇ ਖਬਰ ਭੇਜ ਦਿੱਤੀ ਪਹਾੜੀਆਂ ਨੂੰ ਕਿ ਮੈਂ ਔਰੰਗਜ਼ੇਬ ਵੱਲੋਂ ਚੜ੍ਹ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਖਿਲਾਫ ਆ ਰਿਹਾ। ਉਸੇ ਵਕਤ ਪਹਾੜੀਏ ਬੜੇ ਖੁਸ਼ ਕੇ ਸੈਦੇ ਖਾਂ ਆਇਆ। ਉਹ ਸੈਦੇ ਖਾਨ ਜਿਹਦੀ ਸੂਰਬੀਰਤਾ ਬਾਰੇ ਬੜਾ ਸੁਣਿਆ। ਇਹ ਜਦੋਂ ਆਇਆ ਤੇ ਜਦੋਂ ਇਹ ਲੰਘਣ, ਜਿਨ ਅਨੰਦਪੁਰ ਸਾਹਿਬ ਵੱਲ ਜਾਣਾ ਸੀ, ਰਸਤੇ 'ਚ ਨਗਰ ਆਉਂਦਾ ਸਢੌਰਾ। ਸਢੌਰੇ ਜਦੋਂ ਇਹ ਲੰਘਣ ਲੱਗਾ, ਇਹਦੇ ਮਨ 'ਚ ਖਿਆਲ ਆਇਆ ਕਿ ਮੇਰੀ ਭੈਣ ਵਿਆਹੀ ਹੋਈ ਹੈ ਨਸੀਰਾਂ ਪੀਰ ਬੁੱਧੂ ਸ਼ਾਹ ਨੂੰ। ਮੇਰੇ ਜੀਜਾ ਜੀ ਪੀਰ ਬੁੱਧੂ ਸ਼ਾਹ ਬੜੇ ਕਰਨੀ ਵਾਲੇ ਬੰਦੇ ਨੇ, ਬੜਾ ਅਦਬ ਹੈ ਉਹਨਾਂ ਦਾ ਇਸ ਥਾਂ ਤੇ। ਆਪਣੇ ਸਾਰੇ ਦਲ ਨੂੰ ਰੋਕ ਕੇ ਕੁਝ ਕੁ ਚੋਣਵੇਂ ਸੂਰਮਿਆਂ ਨੂੰ ਨਾਲ ਲੈ ਕਹਿਣ ਲੱਗਾ ਕਿ ਮੈਂ ਨਾ, ਮੇਰੀ ਭੈਣ ਤੇ ਮੇਰਾ ਜੀਜਾ ਬੜੇ ਬੰਦਗੀ ਵਾਲੇ ਨੇ, ਮੈਂ ਇੱਕ ਵਾਰੀ ਉਹਨਾਂ ਕੋਲ ਨਾ ਸ਼ੁਭ ਅਸੀਸ ਲੈ ਆਵਾਂ, ਉਹਨਾਂ ਕੋਲੋਂ ਇੱਕ ਵਾਰੀ ਯੁੱਧ ਜਿੱਤਣ ਦੀ ਕਾਮਨਾ ਦਾ ਨਾ ਸ਼ਾਬਾਸ਼ੀ ਲੈ ਆਵਾਂ, ਫਿਰ ਆਪਾਂ ਚੜਾਂਗੇ। ਇਹ ਗਿਆ ਜਾ ਕੇ ਘਰ ਦੇ ਅੰਦਰ। ਇਹਦੀ ਭੈਣ ਨਸੀਰਾ ਨੇ ਦੇਖਿਆ ਕਿ ਜਿਹੜਾ ਸੈਦੇ ਖਾਂ ਕਦੇ ਕਦੇ ਆਉਂਦਾ, ਪਰ ਅੱਜ ਆਇਆ ਸ਼ਸਤਰਧਾਰੀ ਰੂਪ ਦੇ ਵਿੱਚ। ਨਾਲ ਇਹਦੇ ਸ਼ੈਲ ਬਾਂਕੇ ਸ਼ਸਤਰਧਾਰੀ ਸੂਰਮੇ ਨੇ ਜਿਹੜੇ ਦਿੱਲੀੋਂ ਚੜ੍ਹ ਕੇ ਆਏ ਨੇ। ਉਤਰਿਆ ਘੋੜੇ ਤੋਂ, ਜਾ ਕੇ ਆਪਣੀ ਭੈਣ ਦੇ, ਆਪਣੇ ਜੀਜੇ ਦੇ ਚਰਨ ਛੂਹੇ, ਦੁਆ ਸਲਾਮ ਕੀਤੀ, ਬੈਠ ਗਏ। ਚਾਹ ਪਾਣੀ ਤੋਂ ਬਾਅਦ ਨਸੀਰਾਂ ਕਹਿਣ ਲੱਗੀ, ਸੈਦ ਖਾਨ ਬੜਾ ਸ਼ਸਤਰਧਾਰੀ ਹੋਇਆ, ਬੜਾ ਤੇਰਾ ਚਿਹਰਾ ਭਖ ਰਿਹਾ ਹੈ, ਬੜਾ ਤੇਰੇ ਚਿਹਰੇ ਤੇ ਇੱਕ ਉਤਸ਼ਾਹ ਦਿਖ ਰਿਹਾ ਹੈ। ਕਿਹੜੀ ਮੁਹਿੰਮ ਫਤਿਹ ਕਰ ਆਇਆ ਜਾਂ ਕਿਹੜੀ ਕਰਨ ਚੱਲਿਆ? ਬੜੇ ਗਰਵ ਦੇ ਨਾਲ ਛਾਤੀ ਚੌੜੀ ਕਰਕੇ ਕਹਿਣ ਲੱਗਾ, ਭੈਣ ਮੈਂ ਔਰੰਗਜ਼ੇਬ ਦੇ ਦਰਬਾਰ ਵਿੱਚ ਨਾ ਪਾਨ ਦਾ ਬੀੜਾ ਚਬਾ ਕੇ, ਸੋਨੇ ਦੀ ਲਪਾਈ ਵਾਲੀ ਤਲਵਾਰ ਚੁੱਕ ਕੇ 1.25 ਲੱਖ ਫੌਜ ਲੈ ਕੇ ਅਨੰਦਪੁਰ ਸਾਹਿਬ ਤੇ ਚੜ੍ਹਾਈ ਕਰਨ ਲੱਗਾ। ਤੇ ਮੇਰੀ ਜ਼ਿੰਦਗੀ ਦੀ ਸਭ ਤੋਂ ਵੱਡੀ ਮੁਹਿੰਮ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੂੰ ਜਿਉਂਦਾ ਜਾਂ ਮੁਰਦਾ ਪਕੜ ਕੇ ਲਿਜਾਣਾ। ਨਸੀਰਾਂ ਨੇ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ ਨਾਮ ਸੁਣਿਆ
ਉਹ ਵੈਰਾਗਵਾਨ ਹੋ ਗਈ। ਉਹ ਨਸੀਰਾਂ ਜੀ ਦੇ 2 ਪੁੱਤਰ ਭੰਗਾਣੀ ਦੇ ਜੰਗ ਦੇ ਮੈਦਾਨ ਵਿੱਚ ਸ਼ਹੀਦ ਹੋਏ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਵੱਲੋਂ ਲੜਦਿਆਂ। ਉਹਦਾ ਆਪਣਾ ਭਰਾ ਹੀ ਕਹਿ ਰਿਹਾ ਕਿ ਮੈਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਖਿਲਾਫ ਚੜ ਕੇ ਚੱਲਾਂ। ਉਹਦਾ ਮਨ ਬੈਠ ਗਿਆ, ਕੁਝ ਬੋਲ ਨਾ ਸਕੀ। ਉਹ ਇਹਨੇ ਆਪਣੇ ਵੱਲੋਂ ਬੜਾ ਵਧਾ ਚੜਾ ਕੇ ਦੱਸਿਆ। ਉਹਦੀ ਭੈਣ ਨੇ ਅੱਗੋਂ ਕੋਈ ਬੋਲ ਨਾ ਸਾਂਝਾ ਕੀਤਾ। ਇਹਦਾ ਮਨ ਬੈਠ ਗਿਆ ਸੈਦੇ ਖਾਨ ਦਾ। ਆਪਣੀ ਭੈਣ ਦੀ ਬੜੀ ਇੱਜ਼ਤ ਕਰਦਾ ਸੀ। ਕਹਿਣ ਲੱਗਾ, ਭੈਣ ਖੁਸ਼ੀ ਨਹੀਂ ਹੋਈ? ਮੈਂ ਐਡੀ ਵੱਡੀ ਮੁਹਿੰਮ ਤੇ ਚੜ ਕੇ ਆਇਆ। ਉਹ ਨਸੀਰਾਂ ਕਹਿਣ ਲੱਗੀ, ਤੂੰ ਬੜੀਆਂ ਮੁਹਿੰਮਾਂ ਤੇ ਚੜਿਆ, ਬੜੀਆਂ ਜਿੱਤ ਕੇ ਫਤਿਹ ਕੀਤੀਆਂ, ਬੜੇ ਦਲ ਤੂੰ ਨਾਸ਼ ਕੀਤੇ, ਬੜੀ ਤੇਰੀ ਸੂਰਬੀਰਤਾ ਫੈਲੀ। ਔਰੰਗਜ਼ੇਬ ਵਰਗੇ ਵੀ ਤੇਰੀ ਜਿਹੜੀ ਸੂਰਮਤਾਈ ਦੀ ਦਾਦ ਦਿੰਦੇ ਨੇ, ਪਰ ਸ਼ਾਇਦ ਸੈਦੇ ਖਾਨ ਤੂੰ ਭੁੱਲ ਗਿਆ ਕਿ ਤੇਰੀ ਸੂਰਮਤਾਈ ਜਿੱਥੇ ਹੁਣ ਚੜ ਕੇ ਜਾ ਰਹੀ ਹੈ ਨਾ, ਉੱਥੇ ਸੂਰਮਤਾਈ ਦਾ ਅੰਤ ਹੋ ਜਾਂਦਾ। ਉੱਥੇ ਸੂਰਮਿਆਂ ਤੋਂ ਵੀ ਪਰਾਂ ਕੋਈ ਦੁਨੀਆ ਵਸਦੀ ਹੈ, ਜਿਹੜੇ ਬਿਨਾਂ ਸੀਸ ਤੋਂ ਵੀ ਲੜ ਜਾਂਦੇ ਨੇ। ਇਸ ਕਰਕੇ ਤੂੰ, ਮੈਨੂੰ ਲੱਗਦਾ ਇਸ ਵਾਰੀ ਗਲਤ ਮੁਹਿੰਮ ਚੁਣ ਲਈ ਹੈ। ਕਹਿਣ ਲੱਗਾ, ਭੈਣ ਮੈਨੂੰ ਤੈਨੂੰ ਮੇਰੀ ਕਰਨੀ ਤੇ ਯਕੀਨ ਨਹੀਂ ਹੈਗਾ? ਕਹਿਣ ਲੱਗੀ, ਬਿਲਕੁਲ ਯਕੀਨ ਹੈ, ਪਰ ਜਿਹਦੇ ਖਿਲਾਫ ਤੂੰ ਚੜ ਕੇ ਜਾ ਰਿਹਾ ਨਾ, ਉਹਦੇ ਸਾਹਮਣੇ ਲੱਖਾਂ ਲੱਖਾਂ ਵੱਡੇ ਵੱਡੇ ਬਹਾਦਰ ਜਿਹੜੇ ਹਨ, ਸਿਰ ਝੁਕਾਉਣ 'ਚ ਆਪਣੀ ਸ਼ਾਨ ਸਮਝਦੇ ਨੇ, ਲੜਨ 'ਚ ਆਪਣੀ ਸ਼ਾਨ ਨਹੀਂ ਸਮਝਦੇ। ਉਹ ਐਸਾ ਮਰਦ ਗੰਮੜਾ ਹੈ। ਤੈਨੂੰ ਪਤਾ ਉਹ ਕੌਣ ਹੈ? ਜਿਹਦੇ ਬਦਲੇ ਤੇਰੇ ਜੀਜਾ ਜੀ ਨੇ, ਭਾਵ ਕਿ ਪੀਰ ਬੁੱਧੂ ਸ਼ਾਹ ਨੇ, ਆਪਣੇ 2 ਪੁੱਤਰ ਤੇ 1 ਭਰਾ ਤੇ 400 ਮੁਰੀਦ ਸ਼ਹੀਦ ਕਰਵਾਏ ਨੇ। ਤੂੰ ਉਹਨਾਂ ਖਿਲਾਫ ਚੜ ਕੇ ਜਾ ਰਿਹਾ। ਪਰ ਕਿਉਂਕਿ ਦਿੱਲੀ ਦਰਬਾਰ ਤੋਂ ਚੜਿਆ ਸੀ, ਮਨ ਅੰਦਰ ਅਣਮੰਨੇ ਮਨ ਦੇ ਨਾਲ ਝੁਕਾ ਕੇ ਆਪਣੀ ਭੈਣ ਨੂੰ ਉਹਦੇ ਚਰਨ ਸਪਰਸ਼ ਕਰਕੇ ਕਹਿਣ ਲੱਗਾ, ਫਿਰ ਵੀ ਮੇਰੀ ਦੁਆ ਕਰੀ। ਤੇ ਉਸ ਵਕਤ ਇਹਦੀ ਭੈਣ ਨਸੀਰਾ ਨੇ ਕਿਹਾ, ਮੈਂ ਕਹਿੰਦੀ ਜ਼ਰੂਰ ਦੁਆ ਕਰਦੀ ਤੇਰੇ ਲਈ, ਪਰ ਮੇਰੀ ਦੁਆ ਸੈਦੇ ਖਾਂ ਕੁਝ ਹੋਰ ਹੈ। ਕਹਿਣ ਲੱਗਾ, ਕੀ ਦੁਆ ਹੈ ਤੇਰੀ? ਕਹਿਣ ਲੱਗੀ, ਮੈਂ ਕਹਿੰਦੀ ਆ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਤੈਨੂੰ ਤੀਰ ਨਾ ਮਾਰੇ। ਪੈਡੇ ਖਾਂ ਨੂੰ ਮਹਾਰਾਜ ਨੇ ਤੀਰ ਮਾਰਿਆ ਸੀ ਨਾ, ਇੱਕੋ ਤੀਰ ਦੇ ਨਾਲ ਉਹਦਾ ਕੰਮ ਤਮਾਮ ਕਰ ਦਿੱਤਾ ਸੀ। ਕਹਿਣ ਲੱਗੀ, ਮੈਂ ਇੱਕ ਦੁਆ ਕਰਦੀ ਅੱਲਾਹ ਤਾਲਾ ਦੇ ਅੱਗੇ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਤੈਨੂੰ ਤੀਰ ਨਾਲ ਨਾ ਮਾਰੇ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਤੈਨੂੰ ਆਪਣੀ ਉਸ ਅਜ਼ਮਤ ਦਿਵਾਲੀ ਤੱਕਣੀ ਦੇ ਨਾਲ ਤੱਕ ਲਵੇ, ਜਿਹੜੀ ਤੱਕਣੀ ਦੇ ਵੱਲ ਦੇਖ ਕੇ ਵੱਡੇ ਵੱਡੇ ਸੂਰਬੀਰਾਂ ਨੂੰ, ਵੱਡੇ ਵੱਡੇ ਬਾਦਸ਼ਾਹਾਂ ਨੂੰ ਆਪਣੀ ਸ਼ਾਨ ਭੁੱਲ ਜਾਂਦੀ ਹੈ ਤੇ ਉਹ ਨਿਮਾਣੇ ਨਤਾਣੇ ਫਕੀਰ ਹੋ ਕੇ ਉਹਦੇ ਚਰਨਾਂ ਤੇ ਢਹਿ ਪੈਂਦੇ ਨੇ। ਗੁਰੂ ਗੋਬਿੰਦ ਸਿੰਘ ਸਾਹਿਬ ਤੈਨੂੰ ਆਪਣੀ ਅਜ਼ਮਤ ਨਾਲ ਇੱਕ ਵਾਰੀ ਤੱਕ ਲਵੇ, ਮੈਂ ਦੁਆ ਕਰਾਂਗੀ। ਚੜਿਆ ਤੇ ਵਿਚਾਰਾ ਮੁਹਿੰਮ ਲਈ ਸੀ, ਪਰ ਰਸਤੇ ਵਿੱਚ ਹੁਣ ਮਨ ਬਦਲ ਗਿਆ ਕਿ ਮੈਂ ਆਪਣੀ ਭੈਣ ਜਿਹਦੀ ਇੰਨੀ ਇੱਜ਼ਤ ਕਰਦਾ, ਉਹ ਗੁਰੂ ਗੋਬਿੰਦ ਸਿੰਘ ਦੀ ਏਡੀ ਵੱਡੀ ਸ਼ਰਧਾਲੂ ਕਿ ਜਿਹਦੇ ਆਪਣੇ 2 ਪੁੱਤਰ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਜੰਗ ਦੇ ਬਦਲੇ ਸ਼ਹੀਦ ਹੋਏ, ਦਲ ਲੈ ਕੇ ਚੜਿਆ। ਪਹਾੜੀਆਂ ਨੇ ਸਵਾਗਤ ਕੀਤਾ ਇਹਦਾ। ਸਾਰੇ ਪਹਾੜੀ ਇਕੱਠੇ, 16 ਪਹਾੜੀ ਰਾਜੇ ਕਹਿੰਦੇ ਦਾ ਸਵਾਗਤ ਕਰਨ ਦੇ ਲਈ ਅੱਗੇ ਗਏ। ਸੈਦੇ ਖਾਨ ਨੂੰ ਜੰਗ ਦਾ ਮੈਦਾਨ ਕਿਹਾ ਕਿ ਆਓ 3 ਕੋ ਸਾਹਮਣੇ। ਅੱਜ ਕਲਪਨਾ ਨਹੀਂ ਆਉਂਦੀ ਅਨੰਦਪੁਰ ਸਾਹਿਬ ਦੀ, ਸਾਨੂੰ ਬੜਾ ਬਦਲ ਗਿਆ ਹੈ। ਸਾਡੇ ਵਰਗੇ ਵਾਸਤੇ ਵੀ ਕਲਪਨਾ ਕਰਨੀ ਮੁਸ਼ਕਿਲ ਹੈ ਕਿ ਉਦੋਂ ਅਨੰਦਪੁਰ ਸਾਹਿਬ ਕਿਹੋ ਜਿਹਾ ਹੋਏਗਾ। ਤੇ ਹੁਣ ਪਰ ਇੰਨੀ ਕੀਤੀ ਜਾਂਦੀ, 3 ਕੋ ਦੂਰ ਲਾ ਲਓ ਅਨੰਦਪੁਰ ਸਾਹਿਬ ਜਿੰਨਾ ਅੱਜ ਹੈ ਨਾ, ਕੇਸਗੜ੍ਹ ਸਾਹਿਬ ਤੋਂ 3 ਕੋ ਦੀ ਦੂਰੀ ਲਾ ਲਓ, ਭਾਵ ਕਿ 4.5 ਕਿਲੋਮੀਟਰ ਦੀ ਦੂਰੀ ਬਣਦੀ ਹੈ। ਇੰਨੀ ਦੂਰੀ 'ਤੇ ਆ ਕੇ ਜਦੋਂ ਇਹਨੇ ਅਨੰਦਪੁਰ ਸਾਹਿਬ ਵੱਲ ਤੱਕਿਆ, ਕਹਿਣ ਲੱਗਾ, ਉਹ ਅਨੰਦਪੁਰ ਸਾਹਿਬ ਦਾ ਵਾਸੀ ਕੇਸਗੜ੍ਹ ਦੇ ਵਿੱਚ ਰਹਿੰਦਾ ਹੈ। ਉਹਦੇ ਹੀ ਦਲਾਂ ਨੇ ਹੁਣ ਤੱਕ ਹਿੰਦੁਸਤਾਨ ਦੀ ਸਲਤਨਤ ਨੂੰ ਵਕਤ ਪਾਇਆ ਹੋਇਆ। 22 ਧਾਰ ਦੇ ਪਹਾੜੇ ਰਾਜੀਏ ਜਿਹਦਾ ਨਾਮ ਲੈ ਕੇ ਕੰਬਦੇ ਨੇ, ਉਹ ਸੂਰਬੀਰ ਉੱਥੇ ਵਸਦਾ ਹੈ। ਇਹਨਾਂ ਨੇ ਨੇੜੇ ਹੋ ਕੇ ਇਹ ਪਹੁੰਚ ਗਿਆ ਸੀ। ਇਹਨੇ ਜਾ ਕੇ 29 ਮਾਰਚ ਨੂੰ ਆਪਣੇ ਵੱਲੋਂ ਜੰਗ ਦਾ ਬਿਗਲ ਖੜਕਾ ਦਿੱਤਾ। ਧੌਂਸਿਆਂ ਦੇ ਉੱਪਰ ਚੋਟ ਲੱਗ ਗਈ, ਰਣ ਭੇਰੀਆਂ ਗੂੰਜੀਆਂ, ਰਣ ਸਿੰਘੇ ਵੱਜੇ, ਨਿਸ਼ਾਨਾਂ ਦੇ ਫਰਦੇ ਚਲਾਏ ਗਏ, ਛਲਖਾਂ ਛੱਡੀਆਂ ਗਈਆਂ, ਤਾਂ ਕਿ ਪਤਾ ਲੱਗ ਜਾਏ ਕਿ ਸੈਦੇ ਖਾਨ ਜੰਗ ਕਰਨ ਲਈ ਚੜ੍ਹ ਆਇਆ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੂੰ ਖਬਰ ਹੋਈ। ਉਸ ਵਕਤ ਮਹਾਰਾਜ ਨੇ ਭਾਈ ਉਦੈ ਸਿੰਘ ਨੂੰ ਸੱਦ ਕੇ ਗਿਆ ਕਿ ਸਿੰਘ ਕਿੰਨੇ ਹਨ ਆਪਣੇ ਕਿਲੇ ਦੇ ਅੰਦਰ। ਉਹ ਕਹਿਣ ਲੱਗੇ, ਮਹਾਰਾਜ ਸਾਰੇ ਸਿੰਘ ਤਾਂ ਨਗਰਾਂ ਨੂੰ ਗਏ ਹੋਏ ਨੇ, ਆਪਣੇ ਕੋਲੋਂ ਕੇਵਲ ਉਸ ਵਕਤ ਮਹਾਰਾਜ 500 ਦੇ ਕਰੀਬ ਸਿੰਘ ਹੈ, ਇਸ ਤੋਂ ਵੱਧ ਨਹੀਂ ਹੈ। 1.25 ਲੱਖ ਇੱਕ ਪਾਸੇ ਹੋਵੇ ਤੇ ਦੂਜੇ ਪਾਸੇ 500। ਫਿਰ ਮਹਾਰਾਜ ਕਹਿਣ ਲੱਗੇ ਕਿ ਯੁੱਧ ਦਾ ਫੈਸਲਾ ਕੋਈ ਲੜਨਾ ਪਵੇਗਾ, ਨਹੀਂ ਤਾਂ ਦੁਸ਼ਮਣ ਹਰਲ ਹਰਲ ਕਰਦਾ ਅਨੰਦਪੁਰ ਸਾਹਿਬ ਆਣ ਵੜੇਗਾ। ਉਸ ਵਕਤ ਗੁਰੂ ਸਾਹਿਬ ਜੀ ਦੀ ਸੈਨਾ ਦੇ ਵਿੱਚ ਇੱਕ ਪਠਾਨ ਸੀ, ਮਹਿਮੂ ਖਾਨ।
ਉਹਦੇ ਕੋਲ ਵੀ 100 ਸੂਰਮਾ ਸੀ। ਉਹ ਆਇਆ ਮਹਾਰਾਜ ਕੋਲੋਂ, ਕਹਿਣ ਲੱਗਾ ਮਹਾਰਾਜ ਅਸੀਂ ਤੁਹਾਡਾ ਨਮਕ ਖਾਧਾ ਹੈ, ਅਸੀਂ ਸਭ ਤੋਂ ਪਹਿਲਾਂ ਅੱਗੇ ਹੋ ਕੇ ਲੜਾਂਗੇ। ਮਹਾਰਾਜ ਨੇ ਸ਼ਾਬਾਸ਼ ਦਿੱਤੀ। ਸੈਦੇ ਬੇਗ ਜਿਹੜਾ ਚਮਕੌਰ ਦੀ ਪਹਿਲੀ ਲੜਾਈ ਵਿੱਚੋਂ ਮਹਾਰਾਜ ਦੇ ਨਾਲ ਲੜ ਗਿਆ, ਸਾਰਾ ਡੇਰਾ ਲੁਟਾ ਕੇ, ਉਹ ਆਇਆ ਕਹਿਣ ਲੱਗਾ ਮਹਾਰਾਜ ਮੈਂ ਵੀ ਤੁਹਾਡੇ ਵੱਲੋਂ ਲੜਾਂਗਾ। ਇੱਕ ਪਾਸੇ ਸੈਦੇ ਖਾਂ ਚੜ ਕੇ ਆਇਆ ਔਰੰਗਜ਼ੇਬ ਵੱਲੋਂ, ਦੂਜੇ ਪਾਸੇ ਮਹਿਮੂ ਖਾਂ ਤੇ ਜਿਹੜੇ ਸੈਦਾ ਬੇਗ, ਇਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਵੱਲੋਂ ਲੜਦੇ ਹਨ। ਭਿਆਨਕ ਯੁੱਧ ਮਚਦਾ ਹੈ, ਸ਼ਲਖਾਂ ਚੱਲਦੀਆਂ ਨੇ, ਸੂਰਮੇ ਇੱਕ ਦੂਜੇ ਨੂੰ ਵਿੰਨ ਵਿੰਨ ਕੇ ਨਿਸ਼ਾਨੇ ਮਾਰਦੇ ਨੇ, ਬਾਣ ਮਾਰਦੇ ਨੇ, ਨੇੜੇ ਆ ਕੇ ਭਿੜ ਕੇ ਯੁੱਧ ਹੁੰਦਾ ਹੈ, ਨੇਜੇ ਬਰਸ਼ੀਆਂ ਦਾ, ਤਲਵਾਰਾਂ ਦਾ। ਬੜਾ ਦਲ ਇਹਦਾ ਕਾਫੀ ਮਾਰਿਆ ਜਾਂਦਾ ਹੈ ਸੈਦੇ ਖਾਂ ਦਾ। ਫਿਰ ਉਸ ਵਕਤ ਸੈਦੇ ਖਾਂ ਦੇ ਮਨ ਅੰਦਰ, ਜਦੋਂ ਨੇ ਆਪਣੇ ਬੜੇ ਸੈਨਿਕ ਮਰਦੇ ਵੇਖੇ ਨਾ, ਸੈਦੇ ਖਾਂ ਦੇ ਮਨ ਅੰਦਰ ਇੱਛਾ ਆਈ ਕਿ ਯੁੱਧ ਲੜਨ ਲਈ ਤਾਂ ਮੈਂ ਗੁਰੂ ਗੋਬਿੰਦ ਸਿੰਘ ਸਾਹਿਬ ਨਾਲ ਆਇਆ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਤਾਂ ਦਿਖਾਈ ਦਿੰਦਾ ਨਹੀਂ। ਮਨ 'ਚ ਸੋਚਿਆ ਇਹਨੇ ਵੀ ਮੈਂ ਤਾਂ ਉਹਨੂੰ ਤੱਕਣਾ, ਉਹਦੇ ਨਾਲ ਯੁੱਧ ਕਰਨਾ, ਇਹ ਸੈਨਾ ਨਾਲ ਮੇਰਾ ਕੀ ਕੰਮ ਹੈ, ਮੈਂ ਵੀ ਵੱਡਾ ਸੂਰਬੀਰ ਹਾਂ। ਉਹ ਆਪਣੇ ਦਲ ਦਾ ਕਹਾਉਂਦਾ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਆਰਾਮ ਨਾਲ ਬੈਠੇ ਸਨ। ਤੁਰੰਤ ਮਹਾਰਾਜ ਜੀ ਨੇ ਆਪਣੇ ਬਾਜ਼ੂਬੰਦ ਪਹਿਨੇ, ਮਹਾਰਾਜ ਜੀ ਨੇ ਵੱਡਾ ਕਮਰ ਕੱਸਾ ਕਰਕੇ ਤਰਕਸ਼ ਪਹਿਨ ਕੇ ਚਮੜੀ ਦੀ ਪੇਟੀ ਆਪਣੀ ਛਾਤੀ ਨੂੰ ਕਰ ਲਈ। ਮਹਾਰਾਜ ਕਮਾਨ ਨੂੰ ਪਰਖਣ ਲੱਗ ਪਏ ਤੇ ਕੋਲ ਸਨ ਭਾਈ ਰਣ ਸਿੰਘ ਤੇ ਸ਼ਿਆਮ ਸਿੰਘ। ਕਹਿਣ ਲੱਗੇ ਮਹਾਰਾਜ ਵੀ ਅਜੇ ਤਾਂ ਪਠਾਣਾ ਨੇ ਲੜਨਾ ਹੈ, ਅਜੇ ਤਾਂ ਯੁੱਧ ਸ਼ੁਰੂ ਵੀ ਨਹੀਂ ਹੋਇਆ ਤੇ ਤੁਹਾਡੀ ਤਿਆਰੀ ਪਹਿਲਾਂ ਹੀ। ਮਹਾਰਾਜ ਕਹਿਣ ਲੱਗੇ ਨੇ ਕੁਝ ਜੰਗਾਂ ਦੇ ਵਿੱਚ ਪਹਿਲਾਂ ਜਾਣਾ ਪੈਂਦਾ, ਕੋਈ ਜ਼ਿਆਦਾ ਉਡੀਕ ਕਰ ਰਿਹਾ ਜੰਗ ਦੇ ਵਿੱਚ। ਨਾਲ ਦੇ ਸਿੰਘ ਦਵਾ ਦਾ, ਰਣ ਸਿੰਘ, ਸ਼ਿਆਮ ਸਿੰਘ, ਧੰਨਾ ਸਿੰਘ, ਧਿਆਨ ਸਿੰਘ, ਗੁਲਾਬ ਸਿੰਘ, ਬਰ ਸਿੰਘ, ਬਖਸ਼ੀਸ਼ ਸਿੰਘ, ਸਾਰੇ ਸਿੰਘ ਦਵਾ ਦਾ ਤਿਆਰ ਹੋ ਗਏ ਮਹਾਰਾਜ ਦੇ ਨਾਲ। ਗੁਰੂ ਗੋਬਿੰਦ ਸਿੰਘ ਸਾਹਿਬ ਨੀਲੇ ਦੇ ਸ਼ਾਹ ਸਵਾਰ ਘੋੜੇ ਨੂੰ ਮੋਰ ਵਾਂਗ ਫੁਦਕਾਉਂਦਿਆਂ ਹੋਇਆਂ ਨਗਰ ਤੋਂ ਬਾਹਰ ਆ ਗਏ ਤੇ ਸਾਹਮਣੇ ਦੇਖਿਆ ਇਹਨੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੂੰ। ਜਿਗਾ ਕਲਗੀ ਸੌਂਦੀ ਆ ਮਹਾਰਾਜ ਦੀ, ਜਦੋਂ ਰੌਸ਼ਨੀ ਪੈਂਦੀ ਹੈ ਤੇ ਇਉਂ ਲੱਗਦਾ ਜਿਵੇਂ ਬੜੀਆਂ ਪ੍ਰਕਾਸ਼ ਦੀਆਂ ਕਿਰਨਾਂ ਨਿਕਲ ਰਹੀਆਂ ਹੋਣ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਹੋਰ ਘੋੜਾ ਇਹਦੇ ਨੇੜੇ ਲੈ ਆਏ। ਯੁੱਧ ਥੋੜਾ ਰੁਕਿਆ ਹੋਇਆ ਜੀ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ, ਕਿਉਂਕਿ ਇਹਦੇ ਅੰਤਰ ਹਿਰਦੇ ਦੀ ਜਾਣ ਲਈ ਸੀ, ਉੱਧਰੋਂ ਇਹਦੀ ਭੈਣ ਦੀ ਅਰਦਾਸ ਕਿ ਮਹਾਰਾਜ ਇਹਨੂੰ ਤੀਰ ਨਾ ਮਾਰਿਓ, ਇਹਨੂੰ ਆਪਣੀ ਅਜ਼ਮਤ ਦੇ ਨਾਲ ਨਵਾਜਿਓ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਨਮੁਖ ਆ ਗਏ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਉੱਚੀ ਬੁਲੰਦ ਆਵਾਜ਼ ਦੇ ਵਿੱਚ ਕਿਹਾ, ਸੈਦੇ ਖਾਨ, ਤੇਰੇ ਮਨ 'ਚ ਇੱਛਾ ਸੀ ਕਿ ਮੈਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨਾਲ ਆਮੋ ਸਾਹਮਣੇ ਹੋ ਕੇ ਲੜਾਂ ਤੇ ਤੇਰੀ ਇੱਛਾ ਨੂੰ ਪੂਰਾ ਕਰ ਲਈ। ਮੈਂ ਜੰਗ ਦੇ ਮੈਦਾਨ 'ਚ ਆਇਆ। ਹੁਣ ਤੂੰ ਆਪਣੀ ਸਾਰੀ ਕਸਮ, ਸਾਰੇ ਅਹਿਦ ਯਾਦ ਕਰ ਲੈ ਜਿਹੜੇ ਤੂੰ ਦਿੱਲੀੋਂ ਚੁੱਕ ਕੇ ਤਰਿਆ ਹਾਂ, ਕਿ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੂੰ ਜਿਉਂਦਾ ਜਾਂ ਮੁਰਦਾ ਖੜਨਾ, ਮੈਂ ਤੇਰੇ ਸਾਹਮਣੇ ਹਾਜ਼ਰ ਹਾਂ। ਚਾਹੇ ਤੂੰ ਆਪਣੇ ਤੀਰ ਦਾ ਵਾਰ ਕਰ ਲੈ, ਬੰਦੂਕ ਦਾ ਵਾਰ ਕਰ ਲੈ, ਚਾਹੇ ਤਲਵਾਰ ਨਾਲ ਯੁੱਧ ਕਰਕੇ ਦੇਖ ਲੈ, ਚਾਹੇ ਹੱਥੀਂ ਭਿੜ ਕੇ ਦੇਖ ਲੈ, ਜਿੰਨੀ ਵੀ ਤੇਰੇ ਤੇ ਤੇਰੇ ਦਲ 'ਚ ਤਾਕਤ ਹੈ, ਯੁੱਧ ਕਰਕੇ ਦੇਖ ਲੈ। ਸੈਦੇ ਖਾਂ ਐ ਜਿਵੇਂ ਬੋਲਾ ਹੋ ਗਿਆ। ਉਹਦੇ ਨਾਲ ਦੇ ਕਹਿਣ ਕਿ ਹੁਣ ਗੁਰੂ ਗੋਬਿੰਦ ਸਿੰਘ ਸਾਹਿਬ ਆ ਗਏ ਤੇ ਸੈਦੇ ਖਾਂ ਹੁਣ ਦੇਰ ਨਹੀਂ ਕਰੇਗਾ ਇਹਨਾਂ ਨੂੰ ਪਕੜਨ ਦੇ ਵਿੱਚ। ਸੈਦੇ ਖਾਂ ਨੂੰ ਸਾਰੀ ਸੁੱਧ ਭੁੱਲ ਗਈ। ਭਾਈ ਗੁਰਦਾਸ ਜੀ ਨੇ ਇੱਕ ਪੰਕਤੀ ਲਿਖੀ ਨਾ ਕਬਿੱਤ ਦੇ ਅੰਦਰ, ਦਰਸ਼ਨ ਦੇਖਤ ਹੀ ਸੁੱਧ ਕੀ ਨਾ ਸੁੱਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਨ ਮੈਂ ਨਾ ਮਤ ਹੈ। ਚੰਕੋਰ ਚੰਦਰਮਾ ਨੂੰ ਦੇਖ ਕੇ ਉਹਦੇ ਤੇ ਇੰਨੀ ਮੋਹਤ ਹੋ ਜਾਂਦੀ ਕਿ ਉਹਨੂੰ ਆਪਣੀ ਸੁੱਧ ਭੁੱਲ ਜਾਂਦੀ ਹੈ। ਭੌਰਾ ਫੁੱਲ ਦੀ ਵਾਸਨਾ ਦੇ ਵਿੱਚ ਇੰਨਾ ਮਸਤ ਹੋ ਜਾਂਦਾ, ਆਪਣੇ ਪ੍ਰਾਣ ਗਵਾ ਬੈਠਦਾ ਹੈ। ਅਜੇ ਤੱਕ ਸੈਦੇ ਖਾਂ ਜੀ ਦੀ ਸੂਰਬੀਰਤਾ ਦੇ ਕਿੱਸੇ ਸੁਣਦਾ ਸੀ, ਜਿਹਦੀ ਧਨੁਰ ਵਿਦਿਆ ਦੀਆਂ ਮਿਸਾਲਾਂ ਸੁਣਦਾ ਸੀ। ਜਦੋਂ ਉਸ ਪਾਤਸ਼ਾਹ ਨੂੰ ਸਾਹਮਣੇ ਤੱਕਿਆ, ਜਿਹਦੀ ਸ਼ਾਨ ਨੂੰ ਦੇਖ ਕੇ ਵੱਡੇ ਵੱਡੇ ਰਾਜਿਆਂ ਦੀ ਸ਼ਾਨ ਫਿੱਕੀ ਪੈ ਜਾਂਦੀ, ਸੁੱਧ ਭੁੱਲ ਗਈ ਵੀ ਮੈਂ ਦਿੱਲੀੋਂ ਕੀ ਪ੍ਰਣ ਲੈ ਕੇ ਚੱਲਿਆ, ਵੀ ਮੈਂ ਤਾਂ ਜਿਉਂਦਾ ਜਾਂ ਮੁਰਦਾ ਪਕੜਨ ਦੀ ਗੱਲ ਕਰਦਾ ਸੀ ਤੇ ਇੱਥੇ ਸੁੱਧ ਭੁੱਲ ਗਈ। ਤਲਵਾਰ ਦੀ ਮੁੱਠ ਤੱਕ ਹੱਥ ਨਾ ਜਾ ਸਕਿਆ, ਆਪਣੇ ਕਮਾਨ ਨੂੰ ਚੰਗੀ ਤਰ੍ਹਾਂ ਪਰਖ ਕੇ ਦੇਖ ਨਾ ਸਕਿਆ, ਤਰਕਸ਼ ਵਿੱਚੋਂ ਕੋਈ ਤੀਰ ਨਾ ਕੱਢ ਸਕਿਆ। ਆਪਣੇ ਸ਼ਸਤਰ ਉਤਾਰੇ ਤੇ ਘੋੜੇ ਦੀ ਕਾਠੀ ਤੇ ਟੰਗ ਕੇ ਤੇ ਮਹਾਰਾਜ ਦੇ ਸਾਹਮਣੇ ਹੋ ਗਿਆ ਤੇ ਦੂਰੋਂ ਨਮਸਕਾਰ ਕਰ ਦਿੱਤੇ। ਸਾਰੀ ਸੈਨਾ ਹੈਰਾਨ ਵੀ ਸੈਦੇ ਖਾਂ ਦੀ ਸੂਰਬੀਰਤਾ ਕਰਕੇ ਤਾਂ ਅਸੀਂ ਚੜ ਕੇ ਆਏ ਤੇ ਇਹਨੂੰ ਕੀ ਵਾਪਰਿਆ ਵੀ ਇਹ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੂੰ ਜੰਗ ਦੇ ਮੈਦਾਨ ਦੇ ਵਿੱਚ ਨਮਸਕਾਰ ਕਰਨ ਲੱਗ ਪਿਆ। ਉਹਦੇ ਨਾਲ ਦੇ ਸੈਨਿਕਾਂ ਨੇ ਹਿਲਾਇਆ ਕਿ ਸੈਦੇ ਖਾਨ ਉਲਟ ਕਰਮ ਕਰ ਰਿਹਾ ਹੈ,
गुरु गोबिंद सिंह साहब महाराज जी दूरों फिर वंगार के कहा कि सैदे खान तू एक पठान पुत्र है, तो पठान पुत्र हमेशा जिहड़ा है जंग लड़न नूं मरण जां मारन नूं तरजीह दिंदा है, जे जंग दे मैदान विच फकीरां वाले कर्म नहीं करदा। तो कवि संतोख सिंह ने लिखा कि उस वक्त सैदे खान ने केवल इन्ना कहा कि जिन्हां नूं दुनिया जिहड़ी है मर खप के राज भाग भालदी है पर फिर भी आनंद विच नहीं रहिंदी, पर मालक तू जिन्हां नूं अपनी मेहर दी रजा नाल फकीरी दे देवीं उन्हां दी फकीरी भी बादशाहां तो उच्ची हुंदी। बाणी दे वाक जिन कै पल्लै धन वसै तिनका नाम फकीर, जिन कै हिरदै तू वसै ते नर गुणी गहीर। कहण लगा महाराज मैनू इहो ਜਿਹੇ सूरबीरां वालियां शानां नहीं चाहीदियां, तेरी अजमत ने मेरे अंदर टिकाणा कर लिया, तेरी मूरत ने मेरे दिल नूं जकड़ लिया, मैं ये सारा कुछ छड्ड के फकीर हो चला, मैं तेरी प्रीत च रंगिआंगा, मैनू तेरे नाल युद्ध करन दी उदों तक कह सकदा सा जदों तक तैनू देखिया नहीं। ये भी पातशाह दी अलौकिक शान है कि वड्डे वड्डे सूरमे उन्हां नूं देख के उन्हां दी अजमत नूं देख के अपने दिल अपने हौसले हार जांदे ने, जान कुरबान कर देंदे ने। भाई नंद लाल ने कहा ना महाराज एक दिन महाराज कोल बैठे सन भाई नंद लाल, भाई नंद लाल जी गुरु गोबिंद सिंह साहब महाराज के चेहरे वाल देखी जाण अखां ना झमकण। गुरु गोबिंद सिंह महाराज कहण लगे नंद लाल की होया, बिना अख झमके देखी जा रहे हो। कहण लगा महाराज तुहाडे दर्शनां दी तुहाडी सूरत दी ताब इन्नी ज़्यादा जलाओ भरी है, दिल करदा करोड़ां जानां होण ते हर जान एक वारी वाह तुहाडे सिर तो वार वार के कुरबान करदा। इहो जी तुहाडे दर्शनां दी अजमत है। सैदे खां गुरु साहब जी दे कोल आया, चरनां ते मत्था टेक के महाराज जी नूं सीस झुका के निकल गया। सैना सारी हैरान, हुण मगर बचे दीना बेग ते रमजान खान। इन्हां दोबारा जिहड़े धौंसे नगारे खड़का दिते कि युद्ध तां होएगा, भावें सैदे खां निकल गया जंग दे मैदान विचों। ये गुरु गोबिंद सिंह साहब जी की अजमत है। दुनिया दी जंगां च कदे इंज नहीं होया कि कदे महाराज ने पहला पैंडे खां आया, महाराज ने 2 वार करन दा मौका दिता। सैदे खां आया, महाराज ने उन्होंने भी चंगी तरह वंगार के उहदा धर्म चेते कराया। पर जिन्हां नूं कबीर साहब जी ने बाणी विच कहा ना कबीर कि जिन्हां नूं उहदे दर्शनां दा तीर लग गया फिर वो पिंगले हो जांदे ने, तुरिया नहीं जांदा अगे उन्हां कोलों। पावो ते पिंगल भया मारिया सतगुर बान, कबीर सतगुर सूरमे बाया बान, जो एक लागत ही पोए मिल गया परिया कलेजे शेख। इहो जिहा अजमत दा तीर वज्जा, सैदे खान सूरमे तो फकीर हो गया। रमजान खां ते दीना बेग ने अहद किया युद्ध का मैदान दोबारा भग। 29 मार्च 1704 का जिक्र है। दोबारा धौंसे नगारे खड़के दीना बेग ने अगे वध के युद्ध किया ते पहाड़ियां दे विचों केसरी चंद जिन्हों मियाँ कहिंदे सन, महाराज कहण लगे सैदे बेग जिहड़ा गुरु साहब जी दे वल्लों लड़ रहा सी, मुसलमान सी ये भी। महाराज कहते सैदे बेग तू कमान करके युद्ध लड़। सैदे बेग दा हरीचंद आपस दे विच सामना होया, एक दूजे दीयां तलवारां ते ढालां ते तलवारां खड़कियां, बच बचा के वार मारे, उछल के वार मारे। बड़ा चिर तक धाव कत्तदे रहे। आखिर सैदे बेग ने उछल के इन्नी जोर दी एक वार मारिया हरीचंद दी बांह दे उपर। बांह कट्टे जाण तो बाद उन्हें तुरंत उहदी धौण ते तलवार चला दित्ती ते थाए मर गया हरीचंद। उहनूं देख के दीना बेग उछलदा होया उन्हें दोबारा युद्ध किया सैदे बेग नाल ते सैदे बेग इस जंग दे विच मारिया गया। फिर रमजान खान चढ़ के आया दीना बेग दे नाल ही। गुरु गोबिंद सिंह साहब महाराज ने मैमू खान नूं भेज के युद्ध किया ते महाराज ने आप, क्योंकि सवार सन महाराज, रमजान खान बड़ा वड्डा सूरमा सी, पर महाराज जी ने रमजान खान नूं वंगार की कि रमजान खान सैदे खान नूं तां मिलिया सी तकनी दा तीर, तैनूं असीं प्रतख तीर नाल मारांगे, सावधान हो जा। रमजान खान कहण लगा कोई परवाह नहीं। गुरु गोबिंद सिंह साहब महाराज दे नेड़े उछल के आउण लगा। महाराज जी ने इन्नी तेजी नाल तीर चलाया, सिर झुकाउण लगा ते चंगी तरह झुकिया ना, सिर दे मध्ध विच तीर वज्जिया खोपड़ी दे विच, थाए पलट के डिग गया। फिर वड्डे हेले दे विच बड़े दल नूं पछाड़ दिता। सैकड़े ਸਿੰਘਾਂ ने ਲੱਖਾਂ ਦੇ दल नूं इंज पछाड़िया कि मार खांदे खांदा सारा दल दिल्ली जा वड़िया ते आनंदपुर साहब की चौथी लड़ाई जिहदे विच सैदे खां फकीर हो गया ते रमजान खां ते हरीचंद मारे गए।
ਜ਼ਿਕਰ ਮਿਲਦਾ ਕਿ ਇਸ ਯੁੱਧ ਦੇ ਵਿੱਚ ਉਹਦੇ ਦਲ ਨੇ ਆਪਣੀ 40,000 ਸੈਨਾ ਗਵਾ ਲਈ ਸੀ, ਭਾਵ ਕਿ 1.25 ਲੱਖ ਦੇ ਵਿੱਚੋਂ ਬਾਕੀ ਦਲ, ਕਿਉਂਕਿ ਜਦੋਂ ਜਰਨੈਲ ਹੀ ਮਾਰੇ ਗਏ ਕਿਹਦੇ ਆਸਰੇ ਲੜਨਗੇ। ਆਨੰਦਪੁਰ ਸਾਹਿਬ ਪਹੁੰਚੇ ਪਹਾੜੀਏ, ਜਿਨ੍ਹਾਂ ਨੇ ਬੜੇ ਫਰਿਆਦਾਂ ਕਰ ਕਰਕੇ ਔਰੰਗਜ਼ੇਬ ਦੇ ਦਲਾਂ ਨੂੰ ਮੰਗਾਇਆ ਸੀ। ਇਹਨਾਂ ਦੇ ਮਨ ਫਿਰ ਬੈਠ ਗਏ। ਘਰ ਅੰਦਰ ਬੈਠੇ ਝੂਰਦੇ ਨੇ, ਬਾਰ-ਬਾਰ ਆਪਣੀ ਕਾਇਰਤਾ ਨੂੰ ਲਾਹਨਤਾਂ ਪਾਉਂਦੇ ਨੇ। ਤੇ ਕਹਿੰਦੇ ਇੱਕ ਸਮਾਂ ਉਹ ਵੀ ਮਿਲਿਆ, ਘਮੰਡ ਚੰਦ ਕਟੋਚੀਏ ਨੇ ਕਿਹਾ ਕਿ ਭੀਮ ਚੰਦ, ਜੇ ਕਿਤੇ ਤੂੰ ਪਹਾੜੀਆਂ ਦੀ ਕੁੱਲ 'ਚ ਪੈਦਾ ਨਾ ਹੋਇਆ ਹੁੰਦਾ ਤੇ ਸ਼ਾਇਦ ਅੱਜ ਪਹਾੜੀਆਂ ਦੀਆਂ ਰਿਆਸਤਾਂ ਬੜੀਆਂ ਸੁੱਖ ਆਰਾਮ ਨਾਲ ਵਸਰੀਆਂ ਹੁੰਦੀਆਂ। ਤੇਰੀ ਖੁੰਦਕ ਨੇ ਸਾਰੇ ਪਹਾੜੀ ਰਾਜੇ ਜਿਹੜੇ ਹਨ ਇਹ ਨੌਕਰਾਂ ਤੋਂ ਵੀ ਜ਼ਿਆਦਾ ਬੇਹਾਲ ਕਰ ਦਿੱਤੇ ਨੇ। ਹੁਣ ਮਨ ਇਹਨਾਂ ਦੇ ਦਬਕੇ ਥੋੜਾ ਸਮਾਂ ਅਟਕੇ ਰਹੇ। ਫਿਰ ਇਹਨਾਂ ਦੇ ਵਿੱਚੋਂ ਜਿਹੜਾ ਸੀ ਜਸਵਾਲੀਆ, ਵੀਰ ਸਿੰਘ, ਮਦਨ ਗੋਪਾਲ ਜਿਹੜਾ ਸਿਰਮੌਰ ਦਾ, ਇਹ ਰਾਜੇ ਇਕੱਠੇ ਹੋ ਕੇ ਕਹਿਣ ਲੱਗੇ ਦਿੱਲੀ ਚੱਲਦੇ। ਇਕੱਠੇ ਹੋ ਕੇ ਆਪੋ ਆਪਣਾ ਛੋਟੇ ਛੋਟੇ ਦਲ ਲੈ ਕੇ ਦਿੱਲੀ ਗਏ। ਦਿੱਲੀ ਦੇ ਸੂਬੇਦਾਰ ਨੂੰ ਮਿਲੇ, ਕਹਿਣ ਲੱਗੇ ਔਰੰਗਜ਼ੇਬ ਤੱਕ ਸਾਡੀ ਰਸਾਈ ਕਰੋ। ਉਹ ਕਹਿਣ ਲੱਗਾ ਔਰੰਗਜ਼ੇਬ ਤਾਂ ਦੱਖਣ 'ਚ ਉਲਝਿਆ ਹੋਇਆ ਹੈ। ਦੱਖਣ ਵੱਲ ਫਿਰ ਮੰਜ਼ਲਾਂ ਮਾਰ ਕੇ ਗਏ, ਔਰੰਗਜ਼ੇਬ ਨੂੰ ਮਿਲੇ, ਵੱਡੀ ਰਿਸ਼ਵਤਾਂ ਵੱਡੇ ਨਜ਼ਰਾਨੇ ਦੇ ਕੇ। ਔਰੰਗਜ਼ੇਬ ਦੀ ਪਹਿਲਾਂ ਹੀ ਮਰਾਠਿਆਂ ਨੇ ਮੱਤ ਮਾਰੀ ਹੋਈ ਸੀ, ਮਰਾਠਿਆਂ ਨੇ ਉਹਨੂੰ ਪਛਾੜਿਆ ਹੋਇਆ ਸੀ, ਦੇਸ਼ ਵਿੱਚ ਕਾਲ ਪਿਆ ਹੋਇਆ ਸੀ। ਆਪਣੀ ਸੈਨਾ ਦੇ 2 ਹਿੱਸੇ ਤੇ ਉਹ ਦੱਖਣ ਵੱਲ ਮਰਵਾ ਚੁੱਕਾ ਸੀ, ਪਹਿਲਾਂ ਹੀ ਛਿੱਥਾ ਹੋਇਆ ਪਿਆ ਸੀ। ਆਪਣੇ ਬੁਢਾਪੇ ਦੇ ਆਖਰੀ ਦਿਨਾਂ ਵਿੱਚ ਮਹਾਂ ਆਪਣੀ ਰਾਜ ਗੱਦੀ ਲਈ ਮਾੜਾ ਮੋਟਾ ਕਸ਼ਮਕਸ਼ ਭਰਿਆ ਯਤਨ ਕਰ ਰਿਹਾ ਸੀ ਔਰੰਗਜ਼ੇਬ ਦੀਆਂ ਹਾਲਤਾਂ ਵਾਚਣ ਵਾਲੀਆਂ ਨਾ ਉਹਦੇ ਵਿੱਚ। ਇਹ ਪਹਾੜੀਏ ਮਿਲੇ ਤੇ ਕਹਿਣ ਲੱਗੇ ਕਿ ਜੀ ਸਾਡੀ ਜਿਹੜੀ ਹੈ ਵੱਡੀ ਮਦਦ ਲਈ ਯੁੱਧ ਕਰਕੇ ਲੜੋ। ਉਹ ਕਾਹਲਾ ਪੈ ਕੇ ਕਹਿਣ ਲੱਗਾ ਕਿ ਤੁਸੀਂ ਕਾਇਰੋ ਆਪ ਕਿਸੇ ਜੋਗੇ ਹੈ ਨਹੀਂ, ਮੇਰਾ ਇੰਨਾ ਦਲ ਮਰਵਾਇਆ, ਤੁਹਾਡੇ ਲਈ ਮੈਂ ਕੀ ਲੜਾਂ। ਫਿਰ ਇਹਨਾਂ ਨੇ ਬਾਅਦ ਦੇ ਵਿੱਚ ਬੜੀਆਂ ਤਰਕੀਬਾਂ ਬਣਾਈਆਂ। ਪੈਂਡੇ ਖਾਂ ਦਾ ਮਰਨਾ ਗਿਰਾਇਆ, ਜਮਤੁੱਲੇ ਦਾ, ਹਰੀ ਚੰਦ ਦਾ, ਕੇਸਰੀ ਚੰਦ ਦਾ, ਵਜ਼ੀਰ ਖਾਂ ਦੇ ਦਲ ਦਾ ਹਾਰਨਾ, ਰਮਜ਼ਾਨ ਖਾਂ ਦਾ, ਇਹ ਸਾਰਿਆਂ ਦਾ ਮਰਨਾ ਗਿਣਾਇਆ, ਵੱਡੀ ਸੈਨਾ ਦੇ ਮਰਨੇ ਗਿਣਾਏ। ਜਦੋਂ ਚੰਗੀ ਤਰ੍ਹਾਂ ਬਿਉਰਾ ਦਿੱਤਾ ਤੇ ਔਰੰਗੇ ਨੂੰ ਯਕੀਨ ਹੋ ਗਿਆ ਕਿ ਹੁਣ ਤੱਕ ਤਾਂ ਮੇਰੀ 2-3 ਲੱਖ ਸੈਨਾ ਦਾ ਗੁਰੂ ਗੋਬਿੰਦ ਸਿੰਘ ਸਾਹਿਬ ਮਾਰ ਚੁੱਕੇ ਨੇ। ਇਸ ਗੱਲ ਦੇ ਕ੍ਰੋਧ ਵਿੱਚ ਆਇਆ, ਕਹਿਣ ਲੱਗਾ ਕਿ ਜਿੰਨੀ ਫੌਜੀ ਤਾਕਤ ਚਾਹੀਦੀ ਲੈ ਜਾਓ, ਮੈਂ ਦੱਖਣ ਵੱਲੋਂ ਵਿਹਲਾ ਨਹੀਂ ਹੋ ਸਕਦਾ, ਮੈਂ ਨਹੀਂ ਆ ਸਕਦਾ ਉਸ ਯੁੱਧ ਦੇ ਵਿੱਚ, ਪਰ ਜੇ ਵੱਡਾ ਖਤਰਾ ਤਾਂ ਸਾਰੀ ਸੈਨਾ ਲੈ ਜਾਓ। ਉਹਨੇ 4 ਪੱਤਰ ਲਿਖੇ। ਇੱਕ ਉਹਨੇ ਲਿਖਿਆ ਕਸ਼ਮੀਰ ਦੇ ਜ਼ਬਰਦਸਤ ਖਾਂ ਨੂੰ, ਕਹਿਣ ਲੱਗਾ ਜਿੰਨਾ ਤੇਰੇ ਕੋਲੋਂ ਦਲ ਹੈ ਉਹ ਸਾਰਾ ਲੈ ਕੇ ਆ, ਸਮੇਤ ਪੈਦਲ ਤੇ ਘੋੜ ਸਵਾਰਾਂ ਤੇ ਉਪਖਾਨੇ ਦੇ। ਸਰਹੰਦ ਦੇ ਸੂਬੇਦਾਰ ਵਜ਼ੀਰ ਖਾਨ ਨੂੰ ਪੱਤਰ ਲਿਖਿਆ, ਉਹਨੇ ਆਪਣਾ ਹੁਕਮ ਭੇਜਿਆ। ਲਾਹੌਰ ਦੇ ਦਿਲਾਵਰ ਖਾਨ ਨੂੰ ਭੇਜਿਆ ਤੇ ਦਿੱਲੀ ਦੇ ਸੂਬੇਦਾਰ ਨੂੰ ਕਿਹਾ ਸਾਰੀ ਸੈਨਾ ਲੈ ਕੇ। ਇਹ ਸਾਰਾ ਫੈਸਲਾ ਹੋਇਆ ਜਾ ਕੇ ਜੇਠ ਦੇ ਮਹੀਨੇ ਦੇ ਵਿੱਚ, ਅਪ੍ਰੈਲ 28-67 ਜਿਹੜਾ ਜ਼ਿਕਰ ਉਦੋਂ ਦਾ ਇਹ ਜ਼ਿਕਰ ਬਣਦਾ 1705 ਦਾ। ਸਾਰਾ ਇਹ ਜ਼ਿਕਰ ਹੋ ਗਿਆ, ਤਿਆਰੀ ਕਰ ਲਈ। 4 ਵੱਡੇ ਸੂਬੇਦਾਰ ਆਪੋ ਆਪਣੀ ਸੈਨਾ ਲੈ ਕੇ, ਭਾਵੇਂ ਸਾਡੇ ਇਤਿਹਾਸ ਨੇ ਉਹਨੂੰ 10 ਲੱਖ ਕਿਹਾ ਹੈ, 10 ਲੱਖ ਵੀ ਬਣ ਸਕਦਾ ਮੁਲਖਈਆ, ਪਰ ਇਹ ਜਿਹੜੇ ਸੂਰਮੇ ਹਨ ਇਹਨਾਂ ਦੇ ਵਿੱਚੋਂ ਕੋਈ 1.5 ਲੱਖ, ਕੋਈ 2 ਲੱਖ, 6.5 ਲੱਖ ਦੇ ਕਰੀਬ ਫੌਜ ਲੈ ਕੇ ਚੌਵੇਂ ਜਿਹੜੇ ਸੂਬੇਦਾਰ ਚੜੇ ਨੇ। ਬਾਕੀ 22 ਧਾਰ ਦੇ ਰਾਜੇ ਲੜੇ ਤੇ ਵਿੱਚ ਜਿਹੜੇ ਗੁੱਜਰ, ਪਹਾੜੀਏ, ਡੁੱਗਰ, ਇਹ ਸਾਰੇ ਲੜੇ। ਇਹ ਸਾਰਾ ਵੱਡਾ ਦਲ ਲੈ ਕੇ ਅਨੰਦਪੁਰ ਸਾਹਿਬ ਤੇ ਹੁਣ ਚੜ੍ਹਾਈ ਕਰਨ ਲਈ ਚੱਲੇ ਹਨ। ਸਰਹੰਦ ਤੋਂ ਚੱਲਿਆ ਵਜ਼ੀਰ ਖਾਂ, ਲਾਹੌਰ ਤੋਂ ਚੱਲਿਆ ਦਿਲਾਵਰ ਖਾਂ, ਕਸ਼ਮੀਰ ਤੋਂ ਚੱਲਿਆ ਜ਼ਬਰਦਸਤ ਖਾਂ, ਤੇ ਇੱਧਰ 22 ਧਾਰ ਦੇ ਪਹਾੜੀ ਰਾਜੇ। ਬੱਦਲਾਂ ਦੀਆਂ ਘਟਾਵਾਂ ਵਰਗੇ ਵਧਦੇ ਹੋਏ ਦਲ, ਜਿਵੇਂ ਸਮੁੰਦਰ ਟੁੱਟ ਜਾਵੇ, ਦਰਿਆ ਦਾ ਹੜ੍ਹ ਵੱਧਦਾ ਆਉਂਦਾ, ਇੰਜ ਵੱਧਦੇ ਆ ਰਹੇ ਹਨ। ਹਜ਼ਾਰਾਂ ਫਰਦੇ ਝੂਲਦੇ ਹਨ। ਕਵੀ ਸੰਤੋਖ ਸਿੰਘ ਜੀ ਨੇ ਲਿਖਿਆ ਕਿ ਵਜ਼ੀਰ ਖਾਨ ਦੇ ਦਲ ਵਿੱਚ 450 ਨਗਾਰੇ ਵੱਜ ਰਹੇ ਸਨ। ਲਾਹੌਰ ਦਾ ਜਿਹੜਾ ਦਿਲਾਵਰ ਖਾਂ ਸੀ ਉਹਦੇ ਦਲ ਵੀ 400 ਨਗਾਰੇ ਵੱਜ ਰਹੇ ਸਨ ਤੇ 80 ਤੋਪਾਂ ਦਾ ਵੱਡਾ ਤੋਪਖਾਨਾ ਲੈ ਕੇ ਉਹ ਚੜ੍ਹਿਆ ਸੀ ਤੇ ਵਜ਼ੀਰ ਖਾਨ ਦੇ ਕੋਲੋਂ 60 ਤੋਪਾਂ ਸਨ। ਤੇ ਕਸ਼ਮੀਰ ਦਾ ਜ਼ਬਰਦਸਤ ਖਾਨ ਵੀ 60 ਤੋਪਾਂ ਦਾ ਅਸਲਾ ਖਾਨਾ ਲੈ ਕੇ, ਕਹਿੰਦੇ ਇੰਨਾ ਅਸਲਾ ਖਾਨਾ ਸੀ ਕਿ 150 ਹਾਥੀ ਦੇ ਉੱਪਰ ਇਕੱਲੇ ਵਜ਼ੀਰ ਖਾਨ ਦਾ ਅਸਲਾ ਖਾਨਾ ਲੱਦਿਆ ਸੀ। 150 ਹਾਥੀ ਦਾ ਹਿਸਾਬ ਲਾ ਲਓ ਕਿੰਨਾ ਬਰੂਦ ਉਹਦੇ ਵਿੱਚ ਹੋਏਗਾ। ਇੱਕ ਹਾਥੀ ਕਿੰਨਾ ਭਾਰ ਚੁੱਕ ਸਕਦਾ। ਏਡਾ ਵੱਡਾ ਮੁਲਖਈਆ ਲੈ ਕੇ ਅਨੰਦਪੁਰ ਸਾਹਿਬ ਤੇ ਚੜ੍ਹੇ। ਉਹ ਅਨੰਦਪੁਰ ਸਾਹਿਬ ਜਿਹੜਾ ਅਜੇ ਤੱਕ ਇਹਨਾਂ ਤੋਂ ਫਤਿਹ ਨਹੀਂ ਹੋਇਆ। ਘੇਰਾ ਕੱਤ ਲਿਆ ਪਹਾੜੀਆਂ ਨੂੰ ਨਾਲ ਲੈ ਕੇ। 20 ਜੇਠ ਭਾਵ ਕੇ
ਮਈ ਦੇ ਮਹੀਨੇ ਵਿੱਚ ਇਹ ਅਨੰਦਪੁਰ ਸਾਹਿਬ ਨੂੰ ਮੱਲ ਕੇ ਬਹਿ ਜਾਂਦੇ। ਮਹਾਰਾਜ ਜੀ ਨੇ ਸਾਰਾ ਦਲ ਤੱਕਿਆ ਕਿ ਆਲੇ ਦੁਆਲੇ ਜਿੱਥੋਂ ਤੱਕ ਜਿਵੇਂ ਸੰਘਣੀ ਖੇਤੀ ਹੋਈ ਹੁੰਦੀ ਹੈ, ਜਿਵੇਂ ਸੂਰਜਮੁਖੀ ਦੇ ਖੇਤ ਵਿੱਚ ਸੰਘਣੇ ਫੁੱਲ ਲਹਿਰਾ ਹੁੰਦੇ ਨੇ, ਜਿੱਥੋਂ ਜਿੱਥੋਂ ਤੱਕ ਨਜ਼ਰ ਜਾਂਦੀ ਅਨੰਦਪੁਰ ਸਾਹਿਬ ਦੇ ਆਲੇ ਦੁਆਲੇ ਇੰਨੇ ਮੁਲਖਈਏ ਨੇ ਡੇਰੇ ਮੱਲੇ ਹੋਏ ਹਨ। ਇਹਨਾਂ ਦੇ ਫਰਰੇ ਝੂਲ ਰਹੇ ਹਨ, ਧੌਂਸੇ ਗੂੰਜ ਰਹੇ ਹਨ, ਸ਼ਸਤਰਧਾਰੀ ਦਲ ਨਜ਼ਰ ਆ ਰਹੇ ਹਨ। ਦਸਮ ਪਾਤਸ਼ਾਹ ਜੀ ਨੇ ਤੱਕਿਆ ਤੇ ਮਹਾਰਾਜ ਜੀ ਨੇ ਆਪਣੇ ਸਾਰੇ ਦਲ ਦੇ ਸਿੰਘ ਇਕੱਠੇ ਕੀਤੇ। 1699 ਦੇ ਵਿੱਚ ਮਹਾਰਾਜ ਜੀ ਨੇ 5 ਕਿਲੇ ਬਣਾ ਲਏ ਸਨ। ਆਨੰਦਗੜ੍ਹ, ਕੇਸਗੜ੍ਹ, ਫਤਿਹਗੜ੍ਹ, ਹੋਲਗੜ੍ਹ, ਇਹ ਮਹਾਰਾਜ ਜੀ ਨੇ 5 ਕਿਲੇ ਬਣਾ ਲਏ ਸਨ। ਮਹਾਰਾਜ ਜੀ ਨੇ ਸਾਰਾ ਦਲ ਇਕੱਠਾ ਕੀਤਾ। ਮਹਾਰਾਜ ਨੇ ਕਿੰਨੇ ਸਿੰਘ ਨੇ ਸਾਡੇ ਆਪਣੇ ਦਲ ਵਿੱਚ, ਸਾਰੀ ਗਿਣਤੀ ਲਾ ਕੇ ਹੋਲਗੜ੍ਹ ਦੇ ਸਮੇਤ, ਲੋਹਗੜ੍ਹ ਦੇ ਸਮੇਤ, ਕੇਸਗੜ੍ਹ ਦੇ ਵਿੱਚ ਸਾਰੇ ਸਿੰਘਾਂ ਦੀ ਜਿਹੜੀ ਮਹਾਰਾਜ ਨੇ ਗਿਣਤੀ ਕਰਵਾਈ ਤੇ ਉਸ ਵਕਤ ਗਿਣਤੀ ਸਾਰੀ 2200 ਦੇ ਕਰੀਬ ਨਿਕਲਦੀ। 2200 ਦੇ ਕਰੀਬ ਸਾਰੀ ਗਿਣਤੀ ਸੀ ਤੇ 10 ਲੱਖ ਦਾ ਮੁਲਖਈਆ ਆਨੰਦਪੁਰ ਸਾਹਿਬ ਨੂੰ ਘੇਰ ਕੇ ਬੈਠਾ। ਇੰਨੀ ਅਸਾਮੀ ਜੰਗ ਦੁਨੀਆ 'ਚ ਕਿੱਧਰੇ ਨਹੀਂ ਦੇਖੀ ਹੋਏਗੀ। ਇਹਨਾਂ ਨੇ ਪੱਤਰ ਲਿਖੇ ਕਿ ਮਹਾਰਾਜ ਅਨੰਦਪੁਰ ਸਾਹਿਬ ਛੱਡ ਕੇ ਬਾਹਰ ਆ ਜਾਓ, ਤੁਹਾਡੀ ਜਾਨ ਗਨੀਮਤ ਰਹੇਗੀ। ਪੱਤਰ ਪ੍ਰਾਪਤ ਹੋਏ। ਮਹਾਰਾਜ ਨੇ ਕਿਹਾ ਵਜ਼ੀਰ ਖਾਂ ਵਰਗੇ ਨੂੰ ਕਿ ਵਜ਼ੀਰ ਖਾਂ ਤੂੰ ਤਾਂ ਪਹਿਲਾਂ ਵੀ ਸਾਡੇ ਕੋਲੋਂ ਸ਼ਸਤਰਾਂ ਦਾ ਸਵਾਦ ਚੱਖ ਚੁੱਕਾ, ਪਹਿਲਾਂ ਵੀ ਲੱਖਾਂ ਦੇ ਦਾਲੀ ਚੜ ਕੇ ਆਏ ਨੇ, ਕੀ ਹੋਇਆ ਜੇ ਇਸ ਵਾਰੀ ਥੋੜੀ ਗਿਣਤੀ ਵੱਧ ਹੈ? ਪਰ ਖਾਲਸੇ ਦੀ ਅਜ਼ਮਤ ਅਕਾਲ ਪੁਰਖ ਦੀ ਕਿਰਪਾ ਨਾਲ ਇਹੋ ਜਿਹੀ ਹੈ ਕਿ ਲੱਖਾਂ ਕਰੋੜਾਂ ਦੇ ਦਲ ਮਲਣੇ ਹਨ। ਸ਼ਾਇਦ ਤੈਨੂੰ ਪਤਾ ਨਹੀਂ, ਮੈਂ ਉਸ ਦਾਦੇ ਦਾ ਪੋਤਾ ਹਾਂ ਜਿਹਦੇ ਬਾਰੇ ਕਿਹਾ ਗਿਆ ਦਲ ਭੰਜਨ ਗੁਰ ਸੂਰਮਾ ਵੱਡ ਜੋਧਾ ਬਹੁ ਪਰਉਪਕਾਰੀ। 6ਵੇਂ ਪਾਤਸ਼ਾਹ ਦਾ ਪੁੱਤਰਾ ਹਾਂ ਤੇ ਜੰਗਾਂ ਯੁੱਧਾਂ ਦਾ ਤੇ ਮੈਨੂੰ ਰਹਿੰਦਾ ਹੀ ਚਾਅ ਹੈ। ਮੇਰਾ ਤਾਂ ਜਨਮ ਹੀ ਜੰਗਾਂ ਯੁੱਧਾਂ ਦੇ ਚਾਅ ਲਈ ਹੋਇਆ, ਤੁਹਾਡੇ ਇਸ ਤੋਂ ਨਹੀਂ। ਅਗਲੇ ਦਿਨ ਯੁੱਧ ਆਰੰਭ ਹੋਇਆ। ਇਹਨਾਂ ਅੱਗੇ ਵੱਡੇ ਦਲ ਵਗਾ ਕੇ ਬਿਲਕੁਲ ਅਨੰਦਪੁਰ ਸਾਹਿਬ ਦੀ ਫਸੀਲ ਦੇ ਨੇੜੇ ਜਾ ਵੜੇ। ਇੱਕ ਕੋਹ ਤੇ ਜਾ ਕੇ ਮੋਰਚੇ ਲਾ ਲਏ ਇਹਨਾਂ ਨੇ। ਇੱਧਰ ਭਾਈ ਉਦੈ ਸਿੰਘ, ਆਲਮ ਸਿੰਘ, 500 ਸਿੰਘਾਂ ਦੇ ਸੂਰਮੇ ਜਿਹੜੇ ਨਗਰ ਦੀ ਬਾਹਰ ਨਿਗਰਾਨੀ ਕਰ ਰਹੇ ਸਨ। ਇੱਥੇ ਜ਼ਿਕਰ ਕਰਦੇ ਮੈਂ ਭਾਈ ਉਦੈ ਸਿੰਘ ਉੱਚੇ ਦਮਦਮੇ ਤੇ 100 ਸਿੰਘਾਂ ਨਾਲ ਰਹਿੰਦੇ ਸਨ। ਕੇਸਗੜ੍ਹ ਦੇ ਨੇੜੇ ਨਾ ਇੱਕ ਉੱਚਾ ਦਮਦਮਾ ਹੁੰਦਾ ਸੀ, ਹੁਣ ਨਹੀਂ ਹੈਗਾ ਉੱਥੇ। ਉਹ ਅਨੰਦਪੁਰ ਸਾਹਿਬ ਦੇ ਆਲੇ ਦੁਆਲੇ ਨਿਗਰਾਨੀ ਕਰਨ ਲਈ ਮਹਾਰਾਜ ਨੇ ਬਣਾਇਆ ਹੋਇਆ ਸੀ। ਕਦੇ ਕਦੇ ਮਹਾਰਾਜ ਉੱਤੇ ਚੜ੍ਹਦੇ ਸਨ। ਹੋਲਗੜ੍ਹ ਦੇ ਸਥਾਨ ਤੇ ਮਹਾਰਾਜ ਨੇ ਪਿਆਰੇ ਭਾਈ ਸਾਹਿਬ ਸਿੰਘ ਤੇ ਮੋਹਕਮ ਸਿੰਘ ਨੂੰ 400 ਸਿੰਘ ਦਿੱਤੇ ਸਨ। ਕੇਸਗੜ੍ਹ ਦੇ ਵਿੱਚ ਸਾਹਿਬਜ਼ਾਦਾ ਅਜੀਤ ਸਿੰਘ 500 ਸਿੰਘਾਂ ਦੇ ਨਾਲ ਸੀ। ਭਾਈ ਆਲਮ ਸਿੰਘ ਜਿਹੜੇ ਸਨ ਉਹ 500 ਸਿੰਘ ਲੈ ਕੇ ਨਗਰ ਦੇ ਬਾਹਰ ਖੜੇ ਰਹਿੰਦੇ ਸਨ। ਸ਼ੇਰ ਸਿੰਘ, ਨਾਰ ਸਿੰਘ ਨੂੰ ਲੋਹਗੜ੍ਹ ਦੇ ਕਿਲੇ ਵਿੱਚ ਮਹਾਰਾਜ ਜੀ ਨੇ 200 ਸਿੰਘ ਦੇ ਕੇ ਠਹਿਰਾਇਆ ਹੋਇਆ ਸੀ। ਪੂਰੀ ਤਕੜਾਈ ਕੀਤੀ ਸੀ ਮਹਾਰਾਜ ਨੇ। ਪਹਿਲੇ ਦਿਨ ਦੇ ਯੁੱਧ ਦੇ ਵਿੱਚ ਇਹ ਨੇੜੇ ਤਾਂ ਜਾ ਵੜੇ ਸਾਰਾ ਜਿਹੜਾ ਮੁਲਖਈਆ ਸੀ, ਪਰ ਨੇੜੇ ਨਾ ਢੁੱਕ ਸਕੇ। ਬੜਾ ਹੱਲਾ ਗੁੱਲਾ ਇਹਨਾਂ ਨੇ ਕੀਤਾ, ਪਰ ਯੁੱਧ ਦੇ ਵਿੱਚ ਕੁਝ ਹੱਥ ਨਾ ਆਇਆ। ਸਾਹਮਣੇ ਹੋ ਕੇ ਗੁਰੂ ਸਾਹਿਬ ਜੀ ਦੇ ਭਾਈ ਆਲਮ ਸਿੰਘ ਲੜੇ। ਉਹਨਾਂ ਨੇ ਆਪਣੀ ਤੇਜ਼ ਤੁਰਤ ਫੁਰਤੀ ਵਾਲੇ ਯੁੱਧ ਦੇ ਵਿੱਚ ਹਜ਼ਾਰਾਂ ਜਿਹੜੇ ਸਨ ਤੁਰਕ ਮੁਗਲ ਮਾਰ ਦਿੱਤੇ। ਜਦੋਂ ਪਹਿਲੇ ਦਿਨ ਸ਼ਾਮ ਦਾ ਹਿਸਾਬ ਲੱਗਾ ਕਿ 4500 ਤੁਰਕ ਮਾਰਿਆ ਗਿਆ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਗਿਣਤੀ ਦੇ ਸਿੰਘ ਸ਼ਹੀਦ ਹੋਏ। ਵਜੀਦ ਖਾਂ ਤੇ ਜ਼ਬਰਦਸਤ ਖਾਂ ਕਹਿਣ ਲੱਗੇ ਕਿ ਇਹੋ ਜਿਹਾ ਯੁੱਧ ਜੇ ਲੜਨ ਲੱਗੇ ਤਾਂ ਫਿਰ ਤਾਂ 10 ਲੱਖ ਕਿ 20 ਲੱਖ ਵੀ ਥੋੜਾ ਜਿਹਾ ਪੈ ਜਾਏਗਾ। ਪਹਿਲੀ ਸ਼ਾਮ ਇਹਨਾਂ ਵਿਸ਼ਰਾਮ ਕੀਤਾ। ਸਲਾਹ ਹੋਈ ਕਿ ਸਵੇਰੇ ਗੋਲੇ ਚਲਾਏ ਜਾਣਗੇ, ਅਨੰਦਪੁਰ ਸਾਹਿਬ ਨਗਰ ਨੂੰ ਉਡਾ ਹੀ ਦੇਵਾਂਗੇ, ਹੱਥੋਂ ਹੱਥੀ ਦਾ ਯੁੱਧ ਕਰਨਾ ਹੀ ਨਹੀਂ। ਜ਼ਿਕਰ ਕੀਤਾ ਨਾ ਕਿ 80 ਤੋਪਾਂ ਜਿਹੜੀਆਂ ਸੀ ਦਿਲਾਵਰ ਖਾਂ ਲਾਹੌਰ ਦਾ ਲੈ ਕੇ ਤੁਰਿਆ, 60 ਤੋਪਾਂ ਵਜ਼ੀਰ ਖਾਂ ਦੀਆਂ ਨੇ ਤੇ 60 ਹੀ ਜ਼ਬਰਦਸਤ ਖਾਂ ਦੀਆਂ ਨੇ, ਕਸ਼ਮੀਰ ਵਾਲੇ ਦੀਆਂ। ਤੇ ਇਹ 200 ਤੋਂ ਉੱਪਰ ਤੋਪ ਬਣਦੀ ਹੈ, 250 ਦੇ ਕਰੀਬ ਤੋਪ ਬਣਦੀ ਹੈ। ਇਹਨਾਂ ਨੇ ਸਾਰਾ ਤੋਪਖਾਨਾ ਆਲੇ ਦੁਆਲੇ ਬੀੜ ਦਿੱਤਾ ਤੇ ਕਹਿਣ ਲੱਗੇ ਕਿ ਹੁਣ ਗੋਲਿਆਂ ਦੀ ਮਾਰ ਕੋਲ ਗੋਲਚੀਆਂ ਨੂੰ, ਗੋਲ ਅੰਦਾਜ਼ੀਆਂ ਨੂੰ ਕਹਿਣ ਲੱਗੇ ਵੱਡੇ ਬਰੂਦ ਨਾਲ ਭਰ ਕੇ ਗੋਲੇ ਚਲਾਓ। ਇੰਨੇ ਜ਼ਿਆਦਾ ਗੋਲੇ ਚਲਾਏ ਕਿ ਅਨੰਦਪੁਰ ਸਾਹਿਬ ਦੇ ਆਲੇ ਦੁਆਲੇ ਜਿਹੜੇ ਪਹਾੜੀਆਂ ਦੇ ਟਿੱਬੇ ਬਣੇ ਸਨ, ਇਹਨਾਂ ਨੇ ਉਹਦਾ ਘੱਟਾ ਬਣਾ ਕੇ ਡਾ ਦਿੱਤਾ, ਪਰ ਇੱਕ ਵੀ ਗੋਲਾ ਅਨੰਦਪੁਰ ਸਾਹਿਬ ਤੱਕ ਮਾਰ ਨਾ ਕਰ ਸਕਿਆ। ਖਿਜਿਆ ਹੋਇਆ ਵਜ਼ੀਰ ਖਾਨ ਗੋਲਚੀਆਂ ਨੂੰ ਆ ਕੇ ਕਹਿਣ ਲੱਗਾ ਇਹ ਤੋਪਾਂ ਨੇ ਕਿ ਬੰਦੂਕਾਂ ਨੇ ਤੁਹਾਡੀਆਂ ਜਿਨ੍ਹਾਂ ਦੀ ਮਾਰ ਜਾਂਦੀ ਨਹੀਂ। ਕਹਿਣ ਲੱਗੇ ਅਸੀਂ ਜ਼ੋਰ ਲਾ ਕੇ ਹਟ ਗਏ ਹਾਂ, ਤੋਪਾਂ ਵੀ ਬੜੀਆਂ ਗਾਂਹ ਲੈ ਕੇ ਚਲਾਈਆਂ ਪਰ ਵੱਸ ਨਹੀਂ ਜਾਂਦਾ। ਜਦੋਂ ਇਹਨਾਂ ਨੇ ਇੰਨੀਆਂ ਤੋਪਾਂ ਚਲਾ ਕੇ ਅਨੰਦਪੁਰ ਸਾਹਿਬ ਦਾ ਆਲਾ ਦੁਆਲਾ ਖੌਲਾ ਕਰ ਦਿੱਤਾ ਵੱਡੀਆਂ ਖਾਈਆਂ ਵਾਂਗ, ਮਹਾਰਾਜ ਨੇ ਜਦੋਂ ਵੇਖਿਆ ਅਨੰਦਪੁਰ ਸਾਹਿਬ ਦੀ ਉੱਚੀ ਫਸੀਲ ਤੋਂ, ਕੇਸਗੜ੍ਹ ਦੀ ਤੋਂ ਕਿ ਦੁਸ਼ਮਣ ਆਲੇ ਦੁਆਲੇ ਘਿਰਿਆ ਪਿਆ,
महाराज जी ने आके अपने जेड़े असले खाने के शस्त्रधारी सिंह सन, महाराज ने कहा कि 2500 तीर कढ़वाओ बरीक नोक वाला। 2500 तीर महाराज ने कहा कढ़वाओ। कोल खड़े सन भाई बचित्र सिंह ते साहिबजादा अजीत सिंह। महाराज कहन लगे महाराज की फैसला कुन युद्ध हुणे लड़ना है? महाराज कहते नहीं, युद्ध अजे नहीं लड़ना, सवेरे तीरां दा युद्ध लड़ना। तो इहो जिहा युद्ध लड़ना है कि इन्हां तुरकां मुगलां पहाड़ियां नूं एक वारी खालसे दी अजमत दा पता लग जाए कि जो मार तुहाडा एक गोला नहीं कर सकदा वो गुरु गोबिंद सिंह साहब जी दे म्यान दा ते उहदे ਸਿੰਘਾਂ दे म्यान दा एक एक तीर कर सकदा। महाराज जी ने 2500 तीर अपने चलाउण लई कढाया। महाराज किन्ना तीर होएगा कल्पना करके देखो। महाराज कढ़वाउंदे सन सिकलीगरां कोलों तीर, बरीक नोक वाली छोटी कानी वाले तीर सन। तीर भी बड़े तरह के हुंदे आ ना। ਤਾਂ ਬਾਅਦ ਦੇ ਵਿੱਚ ਗੁਰੂ ਸਾਹਿਬ ਜੀ ਦੇ ਵੱਲ ਵੇਖ ਕੇ ਮਹਾਰਾਜ ਨੇ ਸਾਰੇ ਦਲ ਨੂੰ ਆਗਿਆ ਕਰ ਦਿੱਤੀ ਕਿ ਸਾਰੇ ਸੰਗ ਜਿਹੜੇ ਹਨ ਕਮਾਨਾਂ ਕਰ ਲੈਣ, ਸਵੇਰੇ ਤੀਰਾਂ ਦਾ ਯੁੱਧ ਹੋਵੇਗਾ। ਇਹ ਜਿਹੜੇ ਪਹਾੜੀਏ ਜਿਹੜੇ ਮੁਗਲ ਨੇੜੇ ਆ ਕੇ ਢੁੱਕ ਗਏ ਨੇ, ਇੰਨੀ ਤੀਰਾਂ ਦੀ ਮਾਰ ਮਾਰਾਂਗੇ ਕਿ ਮੋਰਚੇ ਹਟਾ ਕੇ ਪਿਛਾਂਹ ਚਲੇ ਜਾਣਗੇ। ਇਹਨਾਂ ਨੇ ਮੋਰਚੇ ਗਾਂਹ ਕਰ ਲਏ ਸਨ ਤੋਪਾਂ ਦੇ ਗੋਲੇ ਚਲਾ ਕੇ। ਅਗਲਾ ਸਵੇਰ ਯੁੱਧ ਹੋਇਆ, ਸਵੇਰ ਦੀ ਕਿਰਨ ਵੇਖੀ, ਆਪਣੇ ਵੱਲੋਂ ਯੁੱਧ ਦੀਆਂ ਤਰਕੀਬਾਂ ਪਕਾ ਰਹੇ ਨੇ ਸਕੇ ਇੰਜ ਲੜਾਂਗੇ ਇੰਜ ਲੜਾਂਗੇ। अजे अपने तंबूआं खेमियां दे विचों चाह पानी पी के बुरश करते बाहर ही निकले सन कि देखते हैं किवें युद्ध करना सवेर दा। ते जिवें साउण दे महीने च अचानक घटा चढ़ के आ जाती है ते देखदियां ही मींह ते गड़ियां दा भारी वरसण होण लग पैंदा है। अजे इन्हां तंबू खेमियां दे विचों मूँह कड्डे हन ते वरदे होए तीरां दी वरखा इन्नी आउण लग पई। तंबूआं नूं तीर वजे ने, घोड़ियां नूं तीर वजे ने, किसी दी छाती विच लगा, किसी दे पेट विच लगा, किसी दे पैर दी पिंजणी दे विच वजिया, किसी दी पिठ विच वजा। इन्ने ज़्यादा ही जिहड़े सन तुरक तीरां दे नाल मारे गए कि इन्हां नूं अपनी जान बचाउणी भज भज के अपने खेमे छड्ड के बड़ी पछाह हो गए, बड़े पछाह हो गए। ते इन्हां तीरां दी वरखा दे विच जिक्र मिलता कि 8 वड्डे जिहड़े सूरमे जिन्हां ने 10-10 हज़ार दल की कमांड करनी सी, जिन्हां दे विच वड्डे वड्डे हयात खां वर्गे वो मारे गए। दूजे दिन के युद्ध दे विच जदों तीरां नाल बड़ा दल मारिया गया, वजीर खां बड़ा खिजिया, कहण लगा ये तो गुरु गोबिंद सिंह साहब महाराज जी ने करामात कर दी, इन्ना दल मारिया गया। अगले दिन वड्डे युद्ध की तरकीब बनाउण लगे। अगले दिन ये फिर युद्ध रुके रहे, भी अजे रुके रहने, देखते हैं गुरु गोबिंद सिंह साहब की रणनीति तैयार करते हैं। इन्हां ने यह विचार के सारे 22 धार के राजे इकट्ठे किए। वजीर खां, जबरदस्त खां ते दिलावर खां ने कहण लगा सानू दसो असीं युद्ध लड़ीए किवें, तुसीं तां जाणू इत्थों तुहाडा तां कई सालां दा वाह वास्ता पिया होया। भीम चंद वर्गे, जमेर चंद वर्गे कहण लगे कि जे सानू समझ आउंदा हुंदा ना युद्ध करीदा किवें इन्हां नाल, तो हुण तां आपां इन्हां नूं जिੱਤ ਲੈਣਾ ਸੀ, आनंदपुर साहब थे कर देना सी जे सानू समझ आउंदा हुंदा तां। फिर कहण लगा की तरकीब लाइए, क्योंकि आनंदपुर साहब ते चढ़ना मैं अज भी कई बार अगे भी अर्ज किया भी भाई हुण आपां कल्पना नहीं कर सकते उन्हां चीज़ां दीयां। जे आनंदपुर साहब 1699 वाला अज रहिंदा ना तो लोगों ने हेमकुंट साहब नूं भुल जाना सी। चढ़ाई इन्नी होनी सी, 3 कोह चढ़ाई करनी सौखी नहीं पई किते। ये तो हुण आपां निक्का जिहा नगर बना सारा कुछ पद्धरा करने की हालत पै गई सानू। तो गुरु साहब जी के खिलाफ ये सारे राजे इकट्ठे होकर इन्होंने मंजे डाए हैं। सिंबल का रुख है नेड़े, चौपड़ खेड रहे ने, आपस में गल्लां कर रहे हैं कि किहड़ी तरकीब नाल युद्ध करिए। तो इन्होंने सोचा कि हुण इक्को वारी मलखईया वाड़ के ना, जे मान लो हुण तीरां दी गोलियां दी मार आऊगी तो 10 लाख नूं चढ़ाउने आ, तो विचों जे 4 लाख मर भी जाऊ, 6 लाख तो आनंदपुर साहब च वड़ जूगा ने। इंज दी इन्हां रणनीति बनाई। कलगीधर पातशाह इन्हां दी अंतरजामता नाल सारी गल जाण गए। गुरु गोबिंद सिंह साहब महाराज जी ने अपना एक कमान लिया मजबूत, चौड़े खपरे वाला, हथ की तली दे वर्गा तीर बनया हुआ, जिहदे अजकल हजूर साहब दर्शन भी कराउंदे। इहो जिहा तीर लोहे दा महाराज जी ने चाढ़िया अपने वड्डे भारी कमान दे उपर। इन्नी जोर दी महाराज जी ने खिच के मारिया कि जिहड़ा उत्थे पाप जिहड़े वड्डे मंजे ते बैठे सन, चौपड़ खेड रहे सन,
युद्ध की रणनीति बना रहे सन। उहदे पावे विच वज्जा तीर ते पावा दुफाड़ हो गया। सारे तरबके उठे, जान का डर पै गया इन्हां नूं। जदों जबरदस्त खां ने वो तीर वेख्या, कहण लगा करामात ए तौबा कहरे खुदा। कहण लगा ये करामात है, इंज नहीं हो सकता, 2.5 कोह की दूरी तो इन्ना सशक्त निशाना नहीं हो सकता किसी का, एक करामात है। तरबके होर पिछां हो गए। 10वें पातशाह अंतरजामी सतगुरु फिर इन्हां दे हिरदे दी जान गए। महाराज जी ने फिर एक होर छोटा तीर लिया। महाराज जी ने ਉਹਦੇ मगर महाराज जी ने बागड़ ਦੇ ਨਾਲ चिट्ठी बन के, एक निक्की जी परची बन के महाराज ने चलाई। ਉਹ ਨੇੜੇ ਲੱਗੇ ਹੋਏ ਆ ਕੇ ਰੁੱਖ ਦੇ ਵਿੱਚ ਵੱਜੀ। ਜਦੋਂ ਉਹਨਾਂ ਨੇ ਪੁੱਟ ਕੇ ਉਹਦੇ ਤੇ ਪਰਚੀ ਵੇਖੀ ਤੇ ਮਹਾਰਾਜ ਨੇ ਲਿਖਿਆ ਕਿ ਜ਼ਬਰਦਸਤ ਖਾਂ, ਦਿਲਾਵਰ ਖਾਂ, ਇਹ ਕਰਾਮਾਤ ਨਹੀਂ, ਇਹ ਧਨੁਰ ਵਿਦਿਆ ਦਾ ਅਭਿਆਸ ਹੈ। ਜਿਹੜਾ ਇਹਨੂੰ ਵੱਧ ਕਰਦਾ ਉਹੀ ਇਹਨੂੰ ਪ੍ਰਾਪਤ ਕਰਦਾ। ਇੰਨੇ ਜ਼ਿਆਦਾ ਡਰ ਗਏ कि कई को इन्होंने मीटरां तक 400-500 मीटर तक अपने घेरे हटा ले मगरले पासे। फिर युद्ध कई दिन दुबकिया रहा। युद्ध थोड़ा थोड़ा युद्ध हुंदा, कदे कदे युद्ध की मार हुंदी है। फिर एक दिन इन्होंने फिर दोबारा जिहड़ा है युद्ध करन दे हीए दा प्रण बनाया। तो फिर कई दिन युद्ध रुकिया रहा। तो फिर एक दिन शेर सिंह ते नार सिंह महाराज दे कोल आए। कहण लगे महाराज तुसीं वे थोड़ा जिहा युद्ध नूं पूरा लै नहीं रहे, इस घेरे ने अपना रूप गांह वधा लिया ते पहाड़ी जिहड़े मुगल है फिर अगे वध के आ गए ने। ये रात नूं की करदे सन, दिने नॉर्मल रहिंदे सन, आले दुआले विचरदे सन। रात नूं अपना दल वधा के ते गाड़ी गाड़ी मोर्चे बनाई जांदे सन आनंदपुर साहिब दे गांह गांह हो के। शेर सिंह नार सिंह कहण लगे महाराज असीं लोहगढ़ तो देखिया जिहड़ा मुगल है तुरक बड़े नेड़े आ गए ने। महाराज कहण लगे कि इन्हां नूं फिर पिछां हटाओ। कहण लगे महाराज आग्या दो, किवें हटाइए? महाराज कहण लगे तोपा किन्नियां ने? कहण लगे महाराज साडे कोल तां लोहगढ़ च 2 तोपां ने, बागन ते बिज घोख, दोवां तोपां दे नाम ने। महाराज कहण लगे तुसीं तोप च ही हो दोवें साडे विच वड्डे। सवेर दा युद्ध तुहाडे नाम रहेगा। शेर सिंह नार सिंह बाजन ते बिज घोख तोपां चला के इहो जे गोले मारो कि ये जिहड़े तुरक हन ये सुरत भुल जाण युद्ध करन दी। अगली सवेर चढ़ी, शेर सिंह नार सिंह ने दोवां तोपां दे विच गोला बारूद दे वड्डे वड्डे गोले इकट्ठे कर लए। सवेर चढ़न तो पहलां जिथे जिथे दल सन उधर नूं तोप दा मूँह करके लगातार इन्ने गोले छड्डे कि हज़ारां तुरक पहाड़ीए मरदे गए। वड्डे वड्डे इन्हां दे तंबू जिहड़े अग नाल सड़ गए। बड़े सूरमे बड़े घोड़े तड़फदे मर गए। वजीद खां जबरदस्त खां कल्पदे रहण। कहण लगा साडीआं तोपां दा एक गोला नहीं जांदा, उन्हां दी एक अद्धी तोप दे गोले इत्थों तक वजी जांदे ने, ये पिछां हट जांदे ने। इन्हां तोपां दे गोलियां दे विच बड़ा मुलखईया मर गया। इसे समय दौरान भाई शेर सिंह नार सिंह बड़े खुश कि असीं सारिआं दे मोर्चे पिछां हटा दित्ते ने। अजे सिंह छड़े आराम नाल बैठे सन ते उस समय दे विच भाई शेर सिंह नार सिंह दे नाल एक सिंह सी। उहने देखिया भी हुणे असीं पहाड़ियां नूं मार मार के हटे आ। 2-4 घंटिਆਂ बाद देखिया भी एक दमाला धारी सादे ज लिबास वाला बंदा पानी की मशक दे नाल पानी पिला रहा है। बड़ी गौर दे नाल उन्हां ने दूरबीन करके वेख्या ते लग्या भी ये तां उही मस्ताना साध है जिहदी गुरु साहब जी दे कोल अक्सर रहा करदा सी भाई कन्हैया। वो बड़ी रिस विच आए, जाके महाराज कोलों कहण लगे महाराज असीं तोपां दे गोले मार मार के तुरक पहाड़ीए इन्ने मारे कि उन्हां नूं जान दी एक वारी खैर मनाउणी पै गई। ते आह तुहाडा एक साध है मस्ताना, ये पानी दी मशक फड़ के उन्हां मरियां नूं पानी पियाई जांदा है। असीं किहड़ा युद्ध लड़ांगे जे पानी पिया पिया खड़े करी जांदा है। महाराज जी ने कह के बुलवाया। महाराज कहण लगे भाई कन्हैया जी तुहाडे बारे सिंह इस तरह का रोस करते पे। तुहानूं पता है असीं दुश्मनां दे नाल जंग लड़ रहे हैं। असीं कोई धरती जर जोरू जमीन की लड़ नहीं, असीं धर्म लई लड़ रहे हैं। तो जे पानी पिलाउणा तो फिर खालसे नूं पिलाओ, उन्हां नूं क्यों? भाई कन्हैया ने अपनी मशक रखी, बड़ी निमरता नाल कहण लगा महाराज मैं तेरे इक्को स्वरूप नूं दृढ़ कीता, मैनूं दूजे दी प्रतीत पता ही नहीं। जे महाराज सिखां नूं पानी चाहिदा है तो तुरकां नूं भी पानी चाहिदा, वो भी मंगदे ने। मैं मंगदे कोल जाना, मैं किसी रूप पक्ष करके नहीं जाता। महाराज ने फिर उहदी
परखी अंदरली जिहड़ी भावना परखी, पर वो ਉਹਦੇ ਉੱਪਰ अड़े रहे। तो फिर महाराज ने कहा, सारे सिखां नूं समझाया कि जिहड़ी सिखां दी जंग है ना, ये निरी वैर दी नहीं हुंदी। सिखां दी जंग दे विच मित्रताई भी हुंदी, सेवा की भावना भी हुंदी है। यही तो सिੱਖੀ ਦਾ ਨਿਆਰਾਪਣ है कि ਜਿਹਦੇ ਨਾਲ लड़ रहे ਉਹਨੂੰ भी पानी पिआउने। ਅਸੀਂ 18ਵੀਂ ਸਿੱਧ ਦਾ ਇਤਿਹਾਸ ਸੁਣਿਆ, सारा दिन ਘੱਲੂ ਘਾਰੇ ਹੁੰਦੇ ਸਨ। शाम ਨੂੰ लंगर ਦਾ ਜਦੋਂ ਨਗਾਰਾ ਵੱਜਦਾ ਸੀ ਤੇ ਸਿੰਘ ਜਿਨ੍ਹਾਂ ਕੋਲੋਂ मर गए ने, जिन्हां ਨੂੰ ਮਾਰਿਆ, ਉਹਨਾਂ ਵਾਲੀ ਇੱਕ ਆਵਾਜ਼ ਲਗਾਉਂਦੇ ਸਨ ਕਿ ਲੰਗਰ ਤਿਆਰ ਹੈ, ਭਾਵੇਂ ਤੁਰਕ ਆ ਕੇ ਛਕ ਲਓ, ਭਾਵੇਂ ਅਬਦਾਲੀ ਦੇ ਸੈਨਿਕ ਆ ਕੇ ਛਕ ਲੈਣ। ਇਹੋ ਜਿਹਾ ਆਵਾਜ਼ਾਂ ਦਿੰਦੇ ਸਨ। गुरु साहब महाराज दया के घर में आए। महाराज ने कहा, एक महाराज कोलों वड्डा कपड़ा पिया सी, महाराज ने चंगी तरह पड़वा के महाराज कहन लगे, पानी पिया के जो तू बस किसी दे माड़ी मोटी प्यास ही वजाउना ना सुकदे गले दी, आ फड़ पट्टी महाराज ने बना दी जख्म वाली, कि जे कोई तेरी पट्टी नाल बचदा भी होया ना ते आ पट्टी विल भेट दी। ते महाराज कोल एक साल पत्तर दी मलम हुंदी सी, ਜਿਹੜੀ ਜ਼ਖਮ ਨੂੰ ਛੇਤੀ ਭਰ ਦਿੰਦੀ ਸੀ। ਵੱਡੀ ਡੱਬੀ ਮਹਾਰਾਜ ਜੀ ਨੇ ਦਿੱਤੀ। ਮਹਾਰਾਜ ਕਹਿਣ ਲੱਗੇ, ਆ ਵੀ ਖੀਸੇ 'ਚ ਰੱਖ ਲਾ, ਜੇ ਕੋਈ ਤੈਨੂੰ ਇਹ ਕਹੂਗਾ ਨਾ ਕਿ ਭਾਈ ਕਨਈਆ ਮੈਨੂੰ ਕੱਲਾ ਪਾਣੀ ਨਹੀਂ, ਮੇਰਾ ਜ਼ਖਮ ਵੀ ਸਾਂਭ ਦੇ, ਤੇ ਉਹਦਾ ਜ਼ਖਮ ਵੀ ਸਾਂਭਦੀ। ਸਿੰਘ ਬੜੇ ਹੈਰਾਨ, ਪਰ ਬ੍ਰਹਮ ਗਿਆਨੀ ਸੁਰਤ ਮਹਾਰਾਜ ਨੇ ਸਾਜੀ ਹੋਈ ਹੈ। ਇੰਜ ਫਿਰ ਜੰਗ ਦਾ ਸਮਾਂ ਚੱਲਦਾ ਗਿਆ। ਜੂਨ ਦਾ ਮਹੀਨਾ ਗਰਮੀਆਂ ਦਾ ਟੱਪ ਗਿਆ, ਜੁਲਾਈ ਵੀ ਟੱਪ ਗਈ, ਵਰਖਾ ਦੇ ਦਿਨ ਲੰਘੇ, ਕਈ ਕੁਝ ਹੋਇਆ। बड़ा मुलखईया का रोज़ इन्हां दा मारिया जांदा रहा, इन्हां दा तुरकां पहाड़ियां दा। आखिर एक दिन फिर इन्हां ने युद्ध का हीआ करन दा, वड्डा युद्ध करन दा हीआ कीता। इधर खालसे दे खजाने विच रसदां दी तोड़ आउण लग पई। ते एक दिन महाराज कोलों भाई आलम सिंह जिहड़े नगर दे बाहर रह के लड़दे सन, वो आए, कहण लगे, महाराज 3-4 महीने हो गए ने युद्ध चलदे, सब रसदां मुक्कण दे कंढे आ गईयां ने, ਤੇ ਜੇ ਰਸਦਾਂ ਨਾ ਮਿਲੀਆਂ ਤੇ ਅਸੀਂ ਲੜਾਂਗੇ ਕਿਵੇਂ। ਮਹਾਰਾਜ ਨੇ ਕਿਹਾ ਕਿ ਇੱਕ ਅੰਨ ਹੁੰਦਾ ਜਿਹੜਾ ਆਪ ਕਮਾਇਆ ਜਾਂਦਾ, ਜਿਵੇਂ ਕਿਸਾਨ ਪੈਦਾ ਕਰਕੇ ਖਾਂਦਾ। ਇੱਕ ਕਹਿੰਦੇ ਕਿਰਤ ਕਰਕੇ, ਜਿਵੇਂ ਕੋਈ ਮਜ਼ਦੂਰ ਦਿਹਾੜੀ ਲਾ ਕੇ ਬਾਅਦ 'ਚ ਆਟਾ ਖਰੀਦ ਲਿਆ ਹੋਵੇ। ਮਹਾਰਾਜ ਕਹਿਣ ਲੱਗੇ, ਖਾਲਸਾ ਜੀ ਤੁਹਾਡੇ ਕੋਲ ਹੁਣ ਅੰਨ ਹੈਗਾ ਹੈ ਤੇ ਤਲਵਾਰ ਦੇ ਜ਼ੋਰ ਨਾਲ। ਤੁਹਾਡੇ ਕੋਲ ਤਲਵਾਰਾਂ ਨੇ, ਤੀਰ ਨੇ, ਬੰਦੂਕਾਂ ਨੇ, ਤੋਪਾਂ ਨੇ, ਇਹਨਾਂ ਦੇ ਆਸਰੇ ਹੁਣ ਆਪਣਾ ਅੰਨ ਲਿਆਉਣਾ ਤੇ ਲੈ ਆਵੋ। ਸਾਡੇ ਵੱਲੋਂ ਕੁਝ ਨਹੀਂ, ਅਸੀਂ ਤੁਹਾਡੇ ਅੰਨ ਦਾ ਇੱਥੇ ਵਿਸ਼ੇਸ਼ ਪ੍ਰਬੰਧ ਨਹੀਂ ਕਰਾਂਗੇ। ਫਿਰ ਭਾਈ ਦਇਆ ਸਿੰਘ ਦੇ ਨਾਲ ਮਤਾ ਪਕਾਇਆ ਕਿ ਰਾਤ ਸਮੇਂ ਜਿਹੜਾ ਹੈ ਵੈਰੀ ਦਲ ਵਿੱਚੋਂ ਲੁੱਟ ਕਰਕੇ ਲਿਆਵਾਂਗੇ। ਐਡਾ ਵੱਡਾ ਦਲ ਸਾਹਿਬਜ਼ਾਦਾ ਅਜੀਤ ਸਿੰਘ ਦੀ ਕਮਾਂਡ ਵਿੱਚ ਚੜ੍ਹਿਆ। ਰਾਤ ਦੇ ਹਨੇਰੇ ਵਿੱਚ ਗਏ, ਤੁਰਕਾਂ ਵਾਲਾ ਲਿਬਾਸ ਬਣਾਇਆ ਸਾਰੇ ਸਿੰਘਾਂ ਨੇ, ਤਾਂ ਕਿ ਪਛਾਣ ਆਵੇ ਵੀ ਤੇ ਭੁਲੇਖੇ 'ਚ ਰਹਿਣ। दिन वेले निगरानी कर ली कि कित्थे इन्हां दा रसदखाना पिया हुंदा। रात वेले भाई दया सिंह, भाई साहब सिंह, मोकम सिंह ते साहिबजादा अजीत सिंह, उदय सिंह, आलम सिंह, इन्हां ने 300 ਸਿੰਘਾਂ ਦਾ एक तुरत फुरत जत्था तैयार किया ते रात दे हनेरे विच बिना मशालां तो जलदे हुए रसदखाने विच जा वड़े। बड़ी लुੱਟ मार की, वड्डियां पंडां अनाज दीयां भर के, रसदां दीयां भर के लै आए। वो रात के समय में अपने उपर दुश्मन का आन अचानक हमला पिया देख के बड़े पहाड़ी जेडे तुरक आपस में लड़ के मर गए। सवेरे जदों वजीर खां, जबरदस्त खां वर्गिया ने देखा कि बड़े तंबू उजड़े पे ने, बड़े जेडे सन सैनिक भी मरे पे ने। वो कहने लगा, रात कौन आया सी? कहने लगे, रात पता नहीं किहड़े दल दे कोई बाहरों आए, आनंदपुर साहब वालों नहीं कोई आया, लगता बाहरों कोई दल हमला करके आ गया। इन्होंने भुलेखे 'च समझ लिया कि गुरु गोबिंद सिंह साहब महाराज जी के जेडे सिंह ना जेडे किले 'ਚ नहीं हैगे, वो भी गुस्से में आ गए ने ते वो सानू बाहरों मारन लग पे ने। भी युद्ध की नीति हुंदी है, क्योंकि तुरकां दे लिबास विच आए सन, उन्होंने लग्या कि शायद कोई बाहरों आए ने, पर आए तो आनंदपुर साहब वालों सी। इन्हां ने इस गल नूं लैके वजीर खान ने कहा कि आनंदपुर साहब नूं जिन्ने रस्ते आउंदे आ ना सारे रोक दिओ। कोई बंदा जिहड़ा मर्जी काम होवे आनंदपुर साहब वाल नहीं आउणा चाहीदा, पूरी तरह रोक दिओ। फिर एक दिन सिंह जदों फिर 15-20 दिन लंघे, फिर अन्न अनाज की तोड़ होई। फिर रात के समय हल्ला करन गए। महाराज ने रोकिया सी पर रुके ना, लुट करके ले आए। तो एक सिंह उत्थे रह गया, तो तुरकां ने फड़ के उन्होंने जबरदस्ती केस कतल कर दिते, सुन्नत कर दी, उन्होंने मांस खवाया, उहदा सारा धर्म भ्रष्ट कर दिता, तो बाद दे विच उन्होंने आनंदपुर साहब वाल तोड़ दिता। वो सिंह रोंदा रोंदा महाराज जी कोल आया।
महाराज कहन लगे की गल हुई? कहन लगे महाराज रात असीं अन्न लुट्टण गए सां, उत्थे मैं रह गया, बाकी सारे निकल आए तो उन्होंने मेरे नाल ये जोर करके। महाराज कहन लगे तुरकनी दा संगत नहीं करवाया? कहन लगे नहीं। फिर महाराज ने अपने कमर कस्से दे विचों एक छोटा परना कढ़ के ਉਹਦੇ सिर ते सजाया ਤੇ महाराज ने फिर ਉਹਨੂੰ ਕਿਹਾ भी जोर ਦੀ ਸ਼ਰਾ ਕੀਤਿਆਂ ਤੁਰਕ नहीं ਬਣਦਾ। भाव कि तेरे नाल धक्के नाल उन्होंने अपना धर्म थोपिया ते लज्जत करना चाहया, पर जे तेरा अंदरों अकीदा उन्होंने नहीं मन्निया जां तेरा मन नहीं डोलिया तो तू पूरा ही सिख है। फिर अगले दिन महाराज ने मन की मौज आई। महाराज दी बड़ियां मौजां ने। महाराज कहण लगे खालसा जी हुण ना कल आपां लुੱਟ करन जावांगे, असीं तुहाडे नाल चढ़ के जावांगे ते सारा दल लुੱਟ के लियावांगे तुरकां पहाड़ियां। सिंह बड़े खुशी च आ गए कि ये तो बड़ी चंगी गल है, महाराज साडे नाल चढ़ के जाणगे, असीं तो जो मर्जी कर आवांगे। सारा दल चढ़िया महाराज रात के हनेरे दे विच। थोड़ा जिहा महाराज अगे गए तो खालसा तो जोशो खरोश नाल भर गया, जाके पहाड़ियां तुरकां दे विच वड़ गए। गुरु गोबिंद सिंह साहब महाराज जी ने अपना घोड़ा रोक लिया तो घिर गए उन्हां दे विच तुरकां दे विच। बड़े सिंह घायल होके मारे गए, बड़े घायल होके वापस भज के आ गए। गुरु गोबिंद सिंह साहब महाराज बहुत अगे जाके ना लड़े, वापस किले अंदर आए। घायल होए सिंह कहन लगे महाराज साडे ते बड़े शस्त्र भी खोए गए, घायल भी होए, आप जी ने किहो जी लीला कीती? महाराज कहन लगे तुहाडा सिदक पक्का करना सी। खालसे ने कल्ला दुश्मन नाल नहीं लड़ना, अपने आप नाल भी लड़ना है। जे भुख ते जिहड़ियां लोड़ां तुहाडे ते जोर पा रहीआं ने ते इहनूं जिੱਤੋ। फिर एक जिक्र मिलता जिहड़ा आपां इतिहास च नहीं करते, जिहड़ा मैं तो घट ही सुनिया, शायद आप जी ने कदे सुनिया होवे, इस तरह ना ही सुनिया हुण तक। जदों महाराज जी दे नाल इह दो गल्लां वापरीआं ने कि एक ते सिंह नूं जबरदस्ती उन्हां तुरक कर दिता, दूजा जिहड़ा खजाने की लुੱਟ विच बड़े सिंह घायल हो गए, तो महाराज ने जिहड़े कुछ मोर्चियां वाले सन उन्हां नूं कहा डटे रहो, बाकियां नूं महाराज ने कह दिता कि अज तो बाद तुसीं जिहड़ा बाणी दा अभ्यास वधा दो। तो महाराज ने कहा कि हर सिंह जिहड़ा है 6-6 घंटे बाणी दा अभ्यास करे, कल्ला युद्ध नहीं लड़ना। तन की हंगता नूं जिੱਤਣ दे लई, तन के जोरावरी रूप नूं जिੱਤਣ दे लई बाणी दा आसरा लो। बड़े सिंह अभ्यासी होके लग पे। फिर 2 महीने गुजर गए। पहाड़ियां ने देखा कि अजे कोई वाच नहीं जाती। वो जदों रस्ते विच इस थां ते लुੱਟੇ गए ना, जब काफ़ी समाल सबाब लुੱਟਿਆ गया, तो भाई आलम सिंह बड़े दुखी सन। तो महाराज ने उन्होंने मन नूं थिर कर लिया कि जमीन ते लीकां वाओ। लीकां वाईआं, बाद कहंदे मिटा दिओ, मिटा दित्तियां। महाराज कहण लगे भाई आलम सिंह लीकां वाउण दे नाल मिटाउण दे नाल तैनूं कोई फर्क पिया जां धरती नूं कोई फर्क पिया? कहण लगे महाराज कुछ नहीं। महाराज ने कहा कि धन आउण जाण दी खेड है, चलिया जावे आ जावे, कोई फर्क नहीं होना चाहिए। फिर महाराज दे बाद दे विच इन्हां पहाड़ियां ने देखा घेरा लंबा हुंदा जा रहा, दिल्ली तो लाहनतां पै रहीआं सन। इन्हां घोड़ियां दा सैना दा खर्च 5 महीने तो उपर हो गए ने। इन्हां नूं हुण उत्थों औरंगजेब वल्लों हुक्म सी कि आखिरी युद्ध निबेड़ के आओ, इन्ने खर्चा इन्ना वड्डा मुलखईया मरवाउण च कोई भला नहीं है। इन्हां सारे ये प्रण कर लए। इधर गुरु गोबिंद सिंह साहब महाराज जी दे कोल एक सिख आया, उन्हें पारस भेटा किया। महाराज पारस भेट करके वो समझण लग पिया कि गुरु गोबिंद सिंह साहब महाराज जी की गरीबी कट्टी जाएगी, अजकल कुछ है नहीं। ਉਹਦੀ ਇਹ भावना दे के महाराज ने जल ਜਿਹੜਾ पारस पानी च वगा के मारिया। कहने लगा महाराज ये की? महाराज कहते जल विच वड़ के देख लै। देखिया उत्थे पारस ही पारस पए नज़र आए। महाराज कहण लगे जे असी धर्म युद्ध दे विच अपनी माया नूं वरतना होवे ते माया दा अंत नहीं है, पर असी धर्म युद्ध लड़ना केवल अकाल पुरख दे भरोसे उहदी ताकत नाल, मायावी शक्तियां नाल नहीं लड़ना। उहदा भरम नवार दिता महाराज ने। उस तो बाद जिहड़ा युद्ध अगला प्रण होण लगा, इन्हां पहाड़ियां ने फिर कहा कि हुण अजे भी वस नहीं आ रहे। फिर इन्हां ने आनंदपुर साहब दे अंदर एक नाला जांदा सी, वो बिल्कुल रोक दिता, पानी जाना बंद हो गया। ये जिहड़ा है नवंबर के अखीर का जिक्र है, जाके नवंबर शुरू का जिक्र है कि जदों इन्हां ने आनंदपुर साहब नूं जाण वाला नाला भी रोक दिता। हुण अंदरों अन्न पानी बिल्कुल मुक गया, पानी जा नहीं रहा, किसी सिंह का आउणा जाना नहीं हो रहा। कुछ दिनों बाद कुछ सिंह ना एक जिहड़ा लांगरी से उन्होंने कहण लगे कुछ भोजन तैयार कर।
ਉਹਨੇ ਅੱਗੋਂ ਫਤਿਹ ਬੁਲਾ ਕੇ ਕਿਹਾ ਕਿ ਮੈਂ ਭੋਜਨ ਕਿੱਥੋਂ ਤਿਆਰ ਕਰਾਂ, ਮੇਰੇ ਤੋਂ ਕੁਝ ਹੈ ਹੀ ਨਹੀਂ। ਉਹ ਸਿੰਘ ਗੁੱਸੇ ਦੇ ਵਿੱਚ ਆਏ, ਉਹਦੇ ਨਾਲ ਲੜ ਪਏ। ਇਹ ਜ਼ਿਕਰ ਮਿਲਦਾ ਭਾਵੇਂ ਅੱਜ ਕੱਲ੍ਹ ਆਪਾਂ ਨਹੀਂ ਕਰਦੇ ਭਾਈ ਸਾਹਿਬ, ਜਦੋਂ ਹਾਲਾਤ ਬਣਦੇ ਨਾ ਬੜਾ ਕੁਝ ਹੁੰਦਾ, ਘਰਾਂ 'ਚ ਭਾਂਡੇ ਖੜਕ ਜਾਂਦੇ ਨੇ। ਉਹ ਤੇ ਫਿਰ ਯੁੱਧ ਦੇ ਹਾਲਾਤ ਹੋਏ ਨੇ, 6 ਮਹੀਨੇ ਹੋ ਗਏ, 10 ਲੱਖ ਦੁਸ਼ਮਣ ਨੇ ਅਨੰਦਪੁਰ ਸਾਹਿਬ ਮੱਲਿਆ ਹੋਇਆ। ਸਿੰਘਾਂ ਦੀ ਹੋਈ ਝੜਪ ਤੋਂ ਬਾਅਦ ਮਹਾਰਾਜ ਜੀ ਕੋਲ ਖਬਰ ਪੁੱਜੀ। ਕਹਿਣ ਲੱਗੇ ਮਹਾਰਾਜ, ਉਹ ਲਾਂਗਰੀ ਸਿੰਘ ਨੂੰ ਮਹਾਰਾਜ ਸੱਦਿਆ। ਕਹਿਣ ਲੱਗੇ ਮਹਾਰਾਜ ਲੰਗਰ ਮਸਤਾਨੇ ਹੋ ਗਏ, ਕੋਈ ਰਸਦ ਨਹੀਂ ਬਾਕੀ ਹੈਗੀ, ਮਹਾਰਾਜ ਮੈਂ ਕੀ ਬਣਾ ਕੇ ਦੇ ਦੇਵਾਂ। ਮਹਾਰਾਜ ਨੇ ਖਾਲਸੇ ਨੂੰ ਹੁਕਮ ਕੀਤਾ ਕਿ ਹੁਣ ਤੋਂ ਬਾਅਦ ਕੁਝ ਬਚਿਆ। ਕਹਿਣ ਲੱਗੇ ਮਹਾਰਾਜ ਘੋੜਿਆਂ ਦੇ ਖਾਣ ਵਾਲੇ ਛੋਲੇ ਬਚੇ ਨੇ ਥੋੜ੍ਹੇ ਥੋੜ੍ਹੇ, ਜਿਹੜੇ ਘੋੜਿਆਂ ਨੂੰ ਨਿਹਾਰੀ ਦਿੰਦੇ ਆਪਾਂ। ਮਹਾਰਾਜ ਕਹਿਣ ਲੱਗੇ ਕਿ ਇਹਦੇ ਵਿੱਚੋਂ ਅੱਧੇ ਅੱਧੇ ਹਿੱਸੇ ਕਰ ਲਓ ਤੇ ਆਪਣੀਆਂ ਜੇਬਾਂ 'ਚ ਪਾ ਲਓ ਤੇ ਗਿਣਤੀ ਦੇ ਚਣੇ ਖਾਣੇ ਸ਼ੁਰੂ ਕਰ ਦਿਓ, ਫੱਕੇ ਮਾਰ ਨਹੀਂ ਖਾਣੇ। ਮਹਾਰਾਜ ਨੇ ਕਿਹਾ ਬਹੁਤ ਜ਼ਿਆਦਾ ਭੁੱਖ ਸਤਾਵੇ ਤੇ 5 ਦਾਣੇ ਛੋਲਿਆਂ ਦੇ ਮੂੰਹ 'ਚ ਪਾਏ, ਉਸ ਤੋਂ ਵੱਧ ਨਹੀਂ ਕਿਸੇ ਨੇ ਖਾਣੇ। ਮਹਾਰਾਜ ਨੇ ਇਹੋ ਜਿਹੇ ਸਖਤ ਨੇਮ ਵੀ ਲਾਗੂ ਕੀਤੇ ਸਨ ਖਾਲਸੇ ਤੇ, ਯੁੱਧ ਐ ਨਹੀਂ ਲੜੇ ਜਾਂਦੇ। ਹੁਣ ਉਹਨਾਂ ਦੇ ਆਸਰੇ ਕਰਦੇ ਕਰਦੇ ਜਿੰਨੀ ਕੁ ਰਸਦੀ ਘੋੜਿਆਂ ਦੀ, ਉਹ ਵੀ 15 ਕੁ ਦਿਨਾਂ 'ਚ ਖਤਮ ਹੋ ਗਈ। 15 ਕੁ ਦਿਨਾਂ 'ਚ ਫਿਰ ਇੱਕ ਦਿਨ ਮਹਾਰਾਜ ਕਿਲੇ ਦਾ ਮੁਆਇਨਾ ਕਰ ਨਿਕਲੇ, ਸਾਰਾ ਕੁਝ ਨਿਰਖਣ ਪਰਖਣ ਦੇ ਲਈ। ਕੋਈ ਰੁੱਖ ਦੀਆਂ ਛਿੱਲਾਂ ਨੂੰ ਚੱਬ ਰਿਹਾ, ਕੋਈ ਪੱਤੇ ਚੱਬ ਰਿਹਾ ਹੈ। ਮਹਾਰਾਜ ਨੇ ਸਿੰਘਾਂ ਦੇ ਸਰੀਰ ਵੇਖੇ, ਜਿਹੜੀਆਂ ਗੱਜ ਚੌੜੀਆਂ ਛਾਤੀਆਂ ਨੇ ਉਹ ਸੁੰਗੜਨ ਲੱਗ ਪਈਆਂ ਨੇ, ਚਿਹਰਿਆਂ ਦਾ ਤੇਜ ਚਲਿਆ ਗਿਆ। ਜਿਨ੍ਹਾਂ ਦੇ ਹੱਥ ਕਿਰਪਾਨ ਦੀ ਮੁੱਠ ਵਿੱਚ ਮਸਾਂ ਫਸਦੇ ਸਨ, ਹੱਥ ਲਿੱਸੇ ਹੋ ਗਏ, ਭੁੱਖ ਨੇ ਨਿਢਾਲ ਕਰ ਛੱਡੇ। ਇਸੇ ਦੌਰਾਨ ਇਹਨਾਂ ਪਹਾੜੀਆਂ ਨੇ ਇੱਕ ਵਕੀਲ ਭੇਜਿਆ, ਪੰਮਾ। ਉਹਨੂੰ ਕਹਿ ਕੇ ਇਹਨਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਕਸਮ ਦਵਾਈ ਕਿ ਮਾਤਾ ਜੀ ਨੂੰ ਮਿਲ ਕੇ ਕਿ ਅਨੰਦਪੁਰ ਸਾਹਿਬ ਖਾਲੀ ਕਰ ਦਿਓ, ਔਰੰਗਜ਼ੇਬ ਤੁਹਾਨੂੰ ਕੁਝ ਨਹੀਂ ਕਹੇਗਾ, ਕਿਸੇ ਪ੍ਰਕਾਰ ਦਾ ਦੁੱਖ ਕਸ਼ਟ ਨਹੀਂ ਦੇਵੇਗਾ। ਇਹ ਜਦੋਂ ਸਿਫਾਰਿਸ਼ ਦਾ ਪਤਾ ਲੱਗਾ ਮਾਤਾ ਗੁਜਰੀ ਜੀ ਤੋਂ ਇਲਾਵਾ ਸਾਰੇ ਸਿੰਘਾਂ ਨੂੰ, ਉਹਨਾਂ ਨੇ ਮਾਤਾ ਗੁਜਰੀ ਜੀ ਨੂੰ ਮਿਲ ਕੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੂੰ ਸਮਝਾਓ। ਮਾਤਾ ਜੀ ਨੇ ਮਿਲ ਕੇ ਸਿਫਾਰਿਸ਼ ਕੀਤੀ ਕਿ ਲਾਲ ਜੀ, ਉਧਰ ਔਰੰਗਾ ਵੀ ਸਹੁੰ ਖਾ ਰਿਹਾ, ਇੱਧਰ ਪਹਾੜੀਏ ਵੀ ਖਾ ਰਹੇ ਨੇ, ਤੇ ਜਸ ਸਿੰਘਾਂ ਦੀ ਵੀ ਹਾਲਤ ਬੜੀ ਮਾੜੀ, ਆਪਾਂ ਅਨੰਦਪੁਰ ਸਾਹਿਬ ਛੱਡ ਜਾਂਦੇ। ਪਹਿਲਾਂ ਵੀ ਛੱਡਿਆ ਆਪਾਂ ਅਨੰਦਪੁਰ ਸਾਹਿਬ, ਬੜਾ ਇਹਨਾਂ ਨੇ ਕਿਹਾ। ਮਹਾਰਾਜ ਕਹਿਣ ਲੱਗੇ ਮਾਤਾ ਜੀ, ਇਹਨਾਂ ਪਹਾੜੀਆਂ ਤੁਰਕਾਂ ਦਾ ਕੋਈ ਦੀਨ ਨਹੀਂ, ਅਸੀਂ ਪਰਖ ਚੁੱਕੇ ਹਾਂ ਸਾਰੀਆਂ ਗੱਲਾਂ। ਹੋਰ ਸਿੰਘਾਂ ਨੇ ਵੀ ਬੜਾ ਪ੍ਰਭਾਵ ਪਾਇਆ, ਮਹਾਰਾਜ ਮੰਨੇ ਨਾ। ਆਖਰ ਸਿੱਧਕ ਡੋਲ ਗਏ ਕੁਝ ਸਿੰਘਾਂ ਦੇ। ਸਿੰਘ ਆ ਕੇ ਮਹਾਰਾਜ ਦੇ ਹਜ਼ੂਰ ਪਹਿਲਾਂ ਆਪਸ 'ਚ ਘੁਸਰ ਮੁਸਰ ਕਰਨ ਲੱਗੇ ਵੀ ਇੰਝ ਹੀ ਮਰਾਉਣਾ, ਜਾਂ ਜੰਗ ਲੜਾ ਕੇ ਮਰਵਾ ਦਿਓ ਜਾਂ ਫਿਰ ਛੱਡ ਜਾਂਦੇ। ਗੁਰੂ ਸਾਹਿਬ ਕਹਿਣ ਲੱਗੇ ਕਿ ਜਿਨ੍ਹਾਂ ਦਾ ਸਿਦਕ ਡੋਲ ਗਿਆ, ਜਿਹੜੇ ਆਪਣੀ ਜਾਨ ਨਹੀਂ ਗਵਾਉਣਾ ਚਾਹੁੰਦੇ, ਜੋ ਤੁਹਾਨੂੰ ਉੱਤਮ ਲੱਗਦਾ ਹੈ ਉਹ ਕਰੋ। ਕਹਿਣ ਲੱਗੇ ਮਹਾਰਾਜ ਅਸੀਂ ਕਿਲਾ ਛੱਡ ਕੇ ਜਾਣਾ ਚਾਹੁੰਦੇ। ਮਹਾਰਾਜ ਕਹਿਣ ਲੱਗੇ ਸਾਹਮਣੇ ਦੁਸ਼ਮਣ ਹੈ, ਤੁਹਾਨੂੰ ਜਿਉਂਦਾ ਜਾਣ ਦੇਗਾ? ਕਹਿਣ ਲੱਗੇ ਜੀ ਨਹੀਂ, ਅਸੀਂ ਬੇਦਾਵਾ ਲਿਖ ਕੇ ਜਾਵਾਂ। ਮਹਾਰਾਜ ਕਹਿਣ ਲੱਗੇ ਬੇਸ਼ੱਕ ਲਿਖੋ। ਇਹ ਵੀ ਹਾਲਾਤ ਅਨੰਦਪੁਰ ਸਾਹਿਬ ਦੇ ਵਿੱਚ ਆਏ। ਕੋਈ ਸਮਾਂ ਅਸੀਂ ਅਨੰਦਪੁਰ ਸਾਹਿਬ ਦੇ ਵਿੱਚ ਸੀਸ ਦੇਣ ਵਾਲੇ ਗਏ 1699 ਨੂੰ। ਇੱਕ ਹਾਲਾਤ ਅਨੰਦਪੁਰ ਸਾਹਿਬ ਦੇ ਵਿੱਚ ਉਹ ਵੀ ਆਏ ਜਿਹੜੇ ਗੁਰੂ ਗੋਬਿੰਦ ਸਿੰਘ ਸਾਹਿਬ ਤੋਂ ਜਾਨ ਵਾਰਦੇ ਸਨ। ਉਹਨਾਂ ਨੇ ਕਿਹਾ, ਉਹਨਾਂ ਦੇ ਮਨ 'ਚ ਆ ਗਈ ਵੀ ਅਸੀਂ ਹੁਣ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੂੰ ਬੇਦਾਵਾ ਲਿਖਣਾ ਹੈ। ਅਸੀਂ ਤਾਂ ਗੱਲਾਂ ਸੁਣ ਰਹੇ ਹਾਂ ਨਾ, ਜਿਨ੍ਹਾਂ ਨੇ ਵਾਪਰੀਆਂ ਹੰਡਾਈਆਂ ਹੋਣਗੀਆਂ। ਅੱਜ ਕਿਸੇ ਮਾਂ ਪਿਓ ਦੇ ਬਾਰੇ, ਮਾਂ ਪਿਓ ਨੂੰ ਕਿਸੇ ਨੂੰ ਬੇਦਖਲੀ ਨੋਟਿਸ ਕਢਾਉਣਾ ਪੈ ਜੇ ਨਾ ਅਖਬਾਰ 'ਚ ਤਾਂ ਉਹ 15-20 ਸ਼ਬਦ ਹੀ ਹੁੰਦੇ ਨੇ ਗੱਲੇ। ਜਿੰਨੇ ਕਢਵਾਇਆ ਹੁੰਦਾ ਉਹਦੇ ਮਾਂ ਪਿਓ ਨੂੰ ਜਾ ਕੇ ਪੁੱਛ ਕੇ ਦੇਖਿਓ ਵੀ ਭਲਾ ਉਹਨਾਂ ਸ਼ਬਦਾਂ ਦੀ ਦਿਲਾਂ ਉੱਪਰ ਵਾਪਰ ਰਹੀ ਕੀ ਹਕੀਕਤ ਹੁੰਦੀ। ਬੇਦਾਵਾ ਇੰਨਾ ਸਰਲ ਨਹੀਂ ਸੀ ਅਸੀਂ ਜਿੰਨਾ ਅੱਜ ਬਣਾ ਬੈਠੇ ਹਾਂ। ਜਿਹੜੇ ਸਿੰਘ ਮਹਾਰਾਜ ਤੋਂ ਜਾਨ ਵਾਰਦੇ ਹੋਣ ਉਹੀ ਲਿਖ ਕੇ ਦੇਣ ਤੂੰ ਸਾਡਾ ਗੁਰੂ ਨਹੀਂ ਹੈ, ਕਿੱਡਾ ਵੱਡਾ। ਪਰ 10ਵੇਂ ਪਾਤਸ਼ਾਹ ਦੀ ਸਰਬ ਲੋਈ ਸੁਰਤ ਦੇ ਉੱਪਰ ਇਹਨਾਂ ਗੱਲਾਂ ਦਾ ਕੋਈ, ਮਹਾਰਾਜ ਦੀ ਸੁਰਤ ਅਡੋਲ ਰਹਿੰਦੀ। ਕਹਿੰਦੇ ਬੇਦਾਵਾ ਲਿਖਣ ਲੱਗੇ 200 ਨੇ ਹਾਮੀ ਭਰੀ ਸੀ। ਇਹ ਵੀ ਕਰਾਮਾਤ ਦੇਖੋ ਸਿੱਖੀ ਦੀ, 200 ਨੇ ਹਾਮੀ ਭਰੀ ਸੀ। ਤੇ ਆਖਰ ਗਿਣਤੀ ਦੇ ਵਿੱਚ ਜਿਹੜੇ ਸਨ, ਜਦੋਂ ਲਿਖਣ ਲੱਗੇ ਤੇ ਬੜਿਆਂ ਦੇ ਹੱਥ ਕੰਬ ਗਏ। ਭਾਈ ਉਦੈ ਸਿੰਘ ਕਹਿਣ ਲੱਗਾ ਸਾਰੀ ਜ਼ਿੰਦਗੀ ਮਰੇ ਆ, ਹੁਣ ਜੇ ਮੌਤ ਭੁੱਖ ਨਾਲ ਵੀ ਆ ਜਾਊਗੀ ਤੇ ਤਾਂ ਵੀ ਗੁਰੂ ਵਾਲੀ ਤਾਂ ਆਊਗੀ ਨਾ, ਇੰਝ ਨਹੀਂ ਜਾਵਾਂਗੇ। ਭਾਈ ਦਇਆ ਸਿੰਘ ਨੇ ਬੜੇ ਸਿੱਖਾਂ ਨੂੰ, ਇੱਥੇ ਭਾਈ ਦਇਆ ਸਿੰਘ ਦੀ ਭੂਮਿਕਾ ਵੀ ਬੜੀ ਕਮਾਲ ਦੀ ਹੈ। 200 ਜਾਣਾ ਜਾਣ ਲਈ ਤਿਆਰ ਹੋਇਆ ਸੀ। ਭਾਈ ਦਇਆ ਸਿੰਘ ਨੇ ਸਾਰਿਆਂ ਨੂੰ ਪ੍ਰੇਰਿਆ, ਬ੍ਰਹਮ ਗਿਆਨੀ ਭਾਈ ਦਇਆ ਸਿੰਘ ਦੀ 5 ਪਿਆਰਿਆਂ ਵਿੱਚੋਂ। ਫਿਰ ਗਿਣਤੀ ਦੇ ਕੁਝ ਕੁ ਸਿੰਘ ਜਥਾ ਰਹਿ ਗਿਆ, ਕੁਝ ਨੇ 60 ਲਿਖਿਆ, ਕੁਝ ਨੇ ਕੁਝ ਲਿਖਿਆ, ਪਰ ਬਹੁਤ ਥੋੜੇ ਸਿੰਘ ਰਹਿ ਗਏ। ਮਹਾਰਾਜ ਨੂੰ ਬੇਦਾਵਾ ਲਿਖ ਕੇ ਲੈ ਆਏ ਮਹਾਰਾਜ ਨੇ।
ਉਸੇ ਵਕਤ ਮਹਾਰਾਜ ਨੇ ਚੰਗੀ ਤਰ੍ਹਾਂ ਰੋਲ ਕਰਕੇ ਨਾ ਆਪਣੇ ਖੰਜਰ ਦੇ ਨਾਲ ਲਾ ਕੇ ਤੇ ਮਹਾਰਾਜ ਨੇ ਕਮਰ ਕੱਸੇ 'ਚ ਕਰ ਲਿਆ, ਕਿਉਂਕਿ ਗੁਰੂ ਨੂੰ ਪਤਾ ਹੁੰਦਾ ਨਾ ਕਿਹੜੀ ਕਲਾ ਵਾਪਰ ਰਹੀ ਹੈ। ਫਿਰ ਉਹ ਬੇਦਾਵੇ ਵਾਲੇ ਸਿੰਘ ਨਿਕਲ ਗਏ। ਪਹਾੜੀ ਤੇ ਹੀ ਚਾਹੁੰਦੇ ਸਨ ਵੀ ਵੱਧ ਤੋਂ ਵੱਧ ਅਨੰਦਪੁਰ ਸਾਹਿਬ ਖਾਲੀ ਹੋਵੇ ਤੇ ਅਸੀਂ ਆਰਾਮ ਨਾਲ ਜਿਹੜਾ ਲੜੀਏ। ਤੁਰਕ ਮੁਗਲ ਇਹੀ ਚਾਹੁੰਦੇ ਸਨ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੂੰ ਫਿਰ ਮਾਤਾ ਜੀ ਆਏ, ਕਹਿਣ ਲੱਗੇ ਜੀ ਪੰਮੇ ਨੇ ਆਹ ਗੱਲ ਕਹੀ। ਮਹਾਰਾਜ ਕਹਿਣ ਲੱਗੇ ਮਾਤਾ ਜੀ ਇਹਨਾਂ ਦੀ ਲਿਖਤੀ ਕਸਮਾਂ ਮੰਗਵਾ ਲਓ। ਕਹਿਣ ਲੱਗੇ ਫਿਰ ਖਵਾਜਾ ਮਰਦੂਦ ਖਾਂ ਨੇ ਔਰੰਗਜ਼ੇਬ ਨੂੰ ਪੱਤਰ ਭੇਜਿਆ ਤੇ ਔਰੰਗਜ਼ੇਬ ਨੇ ਕੁਰਾਨ ਦੀ, ਪੈਗੰਬਰ ਦੀ ਕਸਮ ਖਾ ਕੇ ਇੱਕ ਪੱਤਰ ਆਪਣੇ ਫਾਰਸੀ ਲਿਖਤ ਦੇ ਵਿੱਚ ਭੇਜਿਆ। ਇੱਧਰੋਂ ਪਹਾੜੀਆਂ ਨੇ ਲਿਖਤੀ ਕਸਮ ਖਾਧੀ ਤੇ ਦੋਵੇਂ ਕਸਮਾਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਤੱਕ ਪਹੁੰਚਾਈਆਂ ਗਈਆਂ। ਜਦੋਂ ਮਹਾਰਾਜ ਨੇ ਦੋਵੇਂ ਦੇਖ ਲਈਆਂ ਤੇ ਮਹਾਰਾਜ ਨੇ ਉਹ ਵੀ ਰੋਲ ਕਰਕੇ ਆਪਣੇ ਕਮਰ ਕੱਸੇ ਕਰ ਲਈਆਂ। ਕਮਰ ਕੱਸਾ ਇੱਕ ਇਹੋ ਜਿਹੀ ਚੀਜ਼ ਮਹਾਰਾਜ ਬਹੁਤ ਘੱਟ ਖੋਲ੍ਹਦੇ ਸਨ, ਲਗਾਤਾਰ ਰਾਤ ਦੇ ਸਮੇਂ ਹੀ ਖੋਲ੍ਹਦੇ ਸਨ। ਦੋਵੇਂ ਜਦੋਂ ਕਸਮਾਂ ਪੇਸ਼ ਹੋ ਗਈਆਂ ਫਿਰ ਪਤਾ ਲੱਗਾ ਵੀ ਸਿੰਘ ਵੀ ਬੇਦਾਵਾ ਦੇ ਕੇ ਜਾ ਚੁੱਕੇ ਨੇ। ਅਨੰਦਪੁਰ ਸਾਹਿਬ ਦੇ ਵਿੱਚ ਬਹੁਤ ਥੋੜ੍ਹੇ ਸਿੰਘ ਰਹਿ ਗਏ ਹਨ। ਇਸੇ ਦੌਰਾਨ ਇੱਕ ਜਿਹੜਾ ਹੌਲਨਾਕ ਵਰਤਾਰਾ ਵਾਪਰਦਾ, ਹੌਲਨਾਕ ਵਰਤਾਰਾ ਵਾਪਰਦਾ। ਮਹਾਰਾਜ ਮੁਆਇਨਾ ਕਰਨ ਨਿਕਲੇ ਤੇ ਇੱਕ ਘੋੜੇ ਨੂੰ ਮਹਾਰਾਜ ਨੇ ਥਾਪੀ ਦਿੱਤੀ ਤੇ ਥਾਪੀ ਦਿੰਦੇ ਸਾਰ ਉਹ ਘੋੜਾ ਆਪਣੇ ਪੌੜਾਂ ਤੇ ਹੇਠਾਂ ਗਿਰ ਪਿਆ। ਕੋਲ ਖੜੇ ਸਨ ਭਾਈਆਲ ਉਦੈ ਸਿੰਘ, ਕਹਿਣ ਲੱਗੇ ਮਹਾਰਾਜ ਇਹ ਉਹੀ ਘੋੜੇ ਨੇ ਜਿਨ੍ਹਾਂ ਦੀ ਪਿੱਠ ਤੇ ਸਵਾਰ ਹੋ ਕੇ ਆਪ ਜੀ 10-10 ਕੋਹਾਂ ਤੱਕ ਹਵਾ ਦੀ ਤੇਜ਼ੀ ਵਾਂਗ ਛੂਕਦੇ ਜਾਂਦੇ ਹੋ। ਹਾਲਤ ਦੇਖ ਲਓ ਕੀ ਹੋਈ, ਤੁਹਾਡੀ ਥਾਪੀ ਦਾ ਭਾਰ ਨਹੀਂ ਸਹਿਣ ਸਕਿਆ ਤੇ ਗਿਰ ਗਿਆ ਜ਼ਮੀਨ ਤੇ। ਮਹਾਰਾਜ ਇਹਨਾਂ ਬੇਜਵਾਨਾਂ ਦੀ ਕਲਿਆਣ ਕਰੋ। ਉਹ ਮਹਾਰਾਜ ਜੀ ਦੇ ਨੀਲੇ ਦੇ ਸ਼ਾਹ ਸਵਾਰ ਜਿਹੜੇ ਮਹਾਰਾਜ ਇੰਨੇ ਘੋੜਿਆਂ ਦੇ ਕਦਰਦਾਨ ਸਨ, ਇਹ ਵੀ ਜ਼ਿਕਰ ਮਿਲਦਾ। ਕਈ ਇਸ ਗੱਲ ਨੂੰ ਮੰਨ ਕੇ ਰਾਜੀ ਨਹੀਂ ਹੈ, ਪਰ ਗੁਰੂ ਦੀ ਸੁਰਤ ਬੜੀ ਵੱਡੀ ਹੁੰਦੀ ਹੈ। ਕਹਿ ਲਗੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਆਪਣੀਆਂ ਗੁਲਕਾਂ ਦੇ ਵਾਰ ਨਾਲ ਕਈ ਘੋੜਿਆਂ ਦੀ ਕਲਿਆਣ ਕੀਤੀ ਵੀ ਜਿਹੜੇ ਮੌਤ ਭੁੱਖ ਹੱਥੋਂ ਵੀ ਮਰ ਰਹੇ ਨੇ, ਪਰ ਗੁਰੂ ਹੱਥੋਂ ਜਿਹੜੀ ਮੌਤ ਹੈ ਉਹ ਮੁਕਤੀ ਹੁੰਦੀ ਹੈ। ਗੁਰੂ ਹੱਥੋਂ ਮੌਤ ਨੋਰਮਲ ਮੌਤ ਨਹੀਂ ਹੁੰਦੀ, ਉਹ ਮੁਕਤੀ ਹੁੰਦੀ। ਮਹਾਰਾਜ ਬੜਿਆਂ ਦੀ ਕਲਿਆਣ ਕਰਦੇ। ਫਿਰ ਮਹਾਰਾਜ ਸਾਰਾ ਖਜ਼ਾਨਾ ਇਕੱਠਾ ਕਰਵਾ ਕੇ ਪਹਿਲਾਂ ਤਾਂ ਸਤਲੁਜ ਦਰਿਆ ਵਿੱਚ ਪਵਾ ਦਿੱਤਾ ਸੀ ਮਹਾਰਾਜ ਨੇ, ਬਾਕੀ ਸਾਰਾ ਇਕੱਠਾ ਕਰਕੇ ਮਹਾਰਾਜ ਜਿਹੜਾ ਹੈ ਖਜ਼ਾਨਾ ਛਡਵਾ ਦਿੰਦੇ ਨੇ। ਤੋਪਾਂ ਵੀ ਮਹਾਰਾਜ ਪਾਣੀ ਵਿੱਚ ਡੁਬਾ ਦਿੰਦੇ ਨੇ। ਸਾਰਾ ਅਨੰਦਪੁਰ ਸਾਹਿਬ ਦਾ ਜਿਹੜਾ ਚੰਗੀ ਤਰ੍ਹਾਂ ਸਮਾਨ ਸਾਂਭ ਲੈਂਦੇ ਨੇ। ਤੇ ਇਹ 5 ਪੋਹ ਦੀ ਸ਼ਾਮ ਤੱਕ ਇਹ ਸਾਰਾ ਵਰਤਾਰਾ ਵਾਪਰ ਜਾਂਦਾ ਹੈ। ਹੁਣ 6 ਪੋਹ ਨੂੰ ਮਹਾਰਾਜ ਕਿਵੇਂ ਫਿਰ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣ ਦੀ ਤਿਆਰੀ ਕਰਦੇ ਨੇ, ਇਹ ਵਾਲਾ ਸਾਰਾ ਬਿਰਤਾਂਤ ਕੱਲ੍ਹ ਆਪ ਜੀ ਸਰਵਣ ਕਰੋਗੇ। ਇੱਥੋਂ ਤੱਕ ਗੁਰੂ ਸਾਹਿਬ ਜੀ ਦੇ ਮਹਾਯੁੱਧ ਦੀ ਗਾਥਾ ਦਾ ਵਰਣਨ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਜਾਚਨਾ ਜ਼ਿਕਰ ਕੀਤਾ ਕਿ ਅਨੰਦਪੁਰ ਸਾਹਿਬ ਦੀ ਚੌਥੀ ਲੜਾਈ ਤੋਂ ਲੈ ਕੇ ਅਨੰਦਪੁਰ ਸਾਹਿਬ ਛੱਡਣ ਤੱਕ ਦੇ ਜੋ ਹਾਲਾਤ ਬਣੇ ਉਹ ਆਪ ਜੀ ਦੇ ਸਨਮੁਖ ਅਰਜ਼ ਕੀਤੇ। ਐਸੀ ਗੁਰੂ ਸਾਹਿਬ ਦੀ ਲਾਸਾਨੀ ਗਾਥਾ ਹੁਣ ਉਹ ਸਮਾਂ ਆ ਗਿਆ ਜਬ ਆਪ ਕੀ ਔਦ ਨਿਧਾਨ ਬਨੈ ਅਤ ਹੀ ਰਣ ਮੈਂ ਤਬ ਜੂਝ ਮਰੂੰ। ਬਾਕੀ ਬਿਰਤਾਂਤ ਕੱਲ੍ਹ ਆਪ ਜੀ ਦੇ ਸਨਮੁਖ ਅਰਜ਼ ਹੋਵੇਗਾ ਜੀ। ਭੁੱਲਾਂ ਚੁੱਕਾਂ ਦੀ ਖਿਮਾ ਜਾਚਨਾ ਬੜੇ ਅਦਬ ਸਹਿਤ ਗੱਜ ਕੇ ਫਤਿਹ ਅਰਜ਼ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ